ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਪਲਵਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ, ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵੀਜ਼ਾ ਐਕਸਪਰਟ ਅਸੀਂ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ, ਜੋ ਸਹੀ ਤਰੀਕੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਵਿਦੇਸ਼ 'ਚ ਜਾ ਕੇ ਸੈੱਟ ਹੋ ਸਕਦੇ ਹੋ। ਸਟੱਡੀ ਵੀਜ਼ਾ ਲੈ ਸਕਦੇ ਹੋ, ਵਿਜ਼ਟਰ ਵੀਜ਼ਾ ਲੈ ਸਕਦੇ ਹੋ, ਜਾਂ PR ਲੈ ਸਕਦੇ ਹੋ। ਉਹਨਾਂ ਦੇ ਨਾਲ ਮਿਲਾਉਂਦੇ ਰਹਿੰਦੇ ਆ। ਇਸੇ ਸਿਲਸਿਲੇ ਦੇ ਤਹਿਤ ਅੱਜ ਸਾਡੇ ਨਾਲ ਨੇ ਓਮ ਗਲੋਬਲ ਤੋਂ ਰਿੱਕੀ ਸੰਧੂ ਜੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਕਈ ਸਟੂਡੈਂਟ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਚੁੱਕੇ ਨੇ। ਸਰ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਸ਼ੋਅ ਦੇ ਵਿੱਚ। ਤੇ ਦੋਸਤੋ, ਅੱਜ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਆਪਾਂ ਜਿਹੜੀ ਗੱਲ ਕਰਾਂਗੇ USA ਨੂੰ ਲੈ ਕੇ ਕਰਾਂਗੇ। ਜਿਵੇਂ ਕਿ ਆਪਾਂ ਦੇਖਦੇ ਹਾਂ, USA ਦਾ ਬਹੁਤ ਜ਼ਿਆਦਾ ਰੁਝਾਨ ਆ ਸਾਡੇ ਪੰਜਾਬੀ ਨੌਜਵਾਨਾਂ ਦੇ ਵਿੱਚ। ਜਿੱਦਾਂ ਕਿ ਆਪਣੇ 2 ਨੰਬਰ ਦੇ ਵਿੱਚ ਵੀ USA ਜਾ ਰਹੇ ਆ, 40-40 50-50 ਲੱਖ ਰੁਪਇਆ ਦੇ ਕੇ ਜਾ ਰਹੇ ਆ ਪੂਰੀ ਫੈਮਿਲੀ ਦੇ ਨਾਲ। ਕਿੰਨੇ ਦਿਨ ਰਸਤਿਆਂ 'ਚ ਬੈਠੇ ਰਹਿੰਦੇ ਆ। ਤੇ ਇਹ ਜਿਹੜਾ ਸਾਡਾ ਸ਼ੋਅ ਹੈ ਬਹੁਤ ਹੀ ਖਾਸ ਰਹਿਣ ਵਾਲਾ ਉਹਨਾਂ ਦੇ ਲਈ, ਜੋ USA ਜਾਣ ਦਾ ਸੁਪਨਾ ਦੇਖ ਰਹੇ ਨੇ। ਸਰ, ਸਭ ਤੋਂ ਪਹਿਲਾਂ USA ਕੌਣ ਜਾ ਸਕਦਾ ਹੈ? ਸਟੂਡੈਂਟ ਵੀਜ਼ਾ ਜੇ ਆਪਾਂ ਦੀ ਗੱਲ ਕਰਦੇ ਹਾਂ, ਕਿਹੜੇ ਸਟੂਡੈਂਟ US ਦੇ ਲਈ ਐਲੀਜੀਬਲ ਹੈਗੇ ਇਸ ਟਾਈਮ? ਬਹੁਤ ਸੋਹਣਾ ਸਵਾਲ ਜੀ। ਸਭ ਤੋਂ ਪਹਿਲੇ ਟੈਕਨੀਕਲ ਟੀਮ ਤੇ ਤੁਹਾਡਾ ਬਹੁਤ ਥੈਂਕਫੁਲ ਹਾਂ ਜੀ ਮੈਂ, ਤੇ ਸਾਰੇ ਦੇਖ ਰਹੇ ਵੀਵਰਸ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਇੱਕ ਬੜਾ ਸੋਹਣਾ ਪਲੇਟਫਾਰਮ ਦਿੱਤਾ ਜੀ, ਜਿਹਦੇ ਕਰਕੇ ਸਟੂਡੈਂਟ ਤੱਕ ਰਾਈਟ ਇਨਫੋਰਮੇਸ਼ਨ ਪਹੁੰਚਦੀ ਹੈ। ਅੱਜ ਗੱਲ ਕਰਦੇ ਹਾਂ USA ਸਟੂਡੈਂਟ ਵੀਜ਼ਾ ਦੀ। ਬੜੀ ਤਰ੍ਹਾਂ ਦੀ ਐਡ ਹੋ ਰਹੀ ਹੈ, ਬੜੀ ਤਰ੍ਹਾਂ ਦੀ ਪ੍ਰਮੋਸ਼ਨ ਹੋ ਰਹੀ ਹੈ, ਬਟ ਜਿਹੜੀ ਵੀਜ਼ਾ ਆਉਣ ਵਾਲੀ ਪ੍ਰੋਫਾਈਲ ਹੈ +2 ਜਿਹੜੇ ਹੈ 2020 ਤੋਂ ਅਬਵ ਐਪਲੀਕੇਸ਼ਨਸ ਹੈਗੀਆਂ। 60% ਮਾਰਕਸ ਹੈਗੇ ਆ ਜੀ, ਉਹ ਬੱਚਾ ਐਲੀਜੀਬਲ ਹੈਗਾ। ਆਇਲਸ ਤੁਸੀਂ ਕੀਤੀ ਹੈ, ਵੈਲ ਐਂਡ ਗੁੱਡ ਹੈ। ਅਦਰਵਾਈਜ਼ ਰੀਸੈਂਟ ਐਪਲੀਕੇਸ਼ਨ ਜਿਹੜੀ ਵਿਦਾਊਟ ਆਇਲਸ ਵੀ ਪ੍ਰੋਸੈਸ ਕਰ ਸਕਦੇ। ਗ੍ਰੈਜੂਏਟ ਜਿਹੜੇ ਹੈ 2015 ਔਨਵਰਡ 6 ਬੈਂਡ ਦੇ ਨਾਲ ਐਲੀਜੀਬਿਲਟੀ, ਇਹ ਕ੍ਰਾਈਟੀਰੀਆ ਤੁਹਾਡਾ ਬਣਦਾ ਹੈ। ਮਿਨੀਮਮ 50% ਮਾਰਕਸ ਦੇ ਨਾਲ 6 ਬੈਂਡ ਨਾਲ ਤੁਸੀਂ USA ਦਾ ਵੀਜ਼ਾ ਹਾਸਲ ਕਰ ਸਕਦੇ ਹੋ ਜੀ। ਤੇ ਜਿਵੇਂ ਕਿ ਤੁਹਾਨੂੰ ਪਤਾ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਜੇ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੈ, ਸਾਨੂੰ ਪੁੱਛ ਸਕਦੇ ਹੋ ਸ਼ੋਅ ਦੇ ਦੌਰਾਨ ਵੀ, ਤੇ ਜੇ ਤੁਹਾਡੀ ਕਾਲ ਨਹੀਂ ਲੱਗ ਰਹੀ ਤਾਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ। ਸਰ, ਜਿਵੇਂ ਤੁਸੀਂ ਦੱਸਿਆ ਵੀ ਗ੍ਰੈਜੂਏਸ਼ਨ ਵਾਲਾ ਬੰਦਾ ਜਾ ਸਕਦਾ, ਉਹਦਾ ਤਾਂ ਕਾਫੀ ਲੰਬਾ ਗੈਪ ਪੈ ਜਾਊਗਾ। ਜੇ ਉਹ ਸਟੱਡੀ ਤੋਂ ਬਾਅਦ ਜੌਬ ਕਰ ਰਿਹਾ, ਜਾਂ ਕਿਸ ਤਰ੍ਹਾਂ ਦੀ ਉਹਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ? ਔਰ ਓਮ ਗਲੋਬਲ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ, ਜਿਵੇਂ ਸਟੂਡੈਂਟ ਦੀ ਕਈ ਵਾਰੀ ਕਹਿੰਦੇ ਵੀ ਅੰਬੈਸੀ ਫੀਸ ਦਾ ਜਾਂ ਹੋਰ ਫੀਸ ਪਹਿਲਾਂ ਜਾਂਦੀ ਹੈ ਜਾਂ ਬਾਅਦ ਜਾਂਦੀ ਹੈ, ਕਿ ਕਿੰਨਾ ਖਰਚਾ ਆ ਜਾਂਦਾ US? ਦੇਖੋ, ਪ੍ਰੋਸੈਸ ਦੇ ਅਕੋਰਡਿੰਗਲੀ ਅਗਰ ਆਪਾਂ ਗੱਲ ਕਰਦੇ ਹਾਂ, ਹੁਣ ਇੱਕ ਚੀਜ਼ ਹੈ ਕਿ +2 ਵਾਲਾ ਐਪਲੀਕੈਂਟ ਹੈ। ਦੂਸਰਾ ਫੈਕਟਰ ਜਿਹੜਾ ਆਪਾਂ ਦੇਖਦੇ ਗ੍ਰੈਜੂਏਟ ਐਪਲੀਕੈਂਟਸ। ਮੈਂ ਕਿਸੇ ਚੀਜ਼ ਦੀ ਸਪੈਸੀਫਿਕ ਡਿਗਰੀ ਕੀਤੀ ਹੈ, ਉਹ ਡਿਗਰੀ ਤੋਂ ਬਾਅਦ ਉਸ ਫੀਲਡ ਦੇ ਵਿੱਚ ਮੈਂ ਕੰਮ ਕੀਤਾ, ਉਹ ਕੰਮ ਕਰਦੇ ਉਹ ਕੰਸੀਡਰ ਹੁੰਦਾ ਹੈ। ਐਗਜ਼ਾਮਪਲ, ਮੈਂ ਆਪਣੀ ਡਿਗਰੀ ਕੀਤੀ ਹੈ 2015, 16 ਜਾਂ 17 ਦੇ ਵਿੱਚ। ਉਸ ਤੋਂ ਬਾਅਦ ਮੈਂ 3-4 ਸਾਲ ਲਾਇਆ ਸੇਮ ਫੀਲਡ ਦੇ ਵਿੱਚ ਕੰਮ ਕੀਤਾ। ਦੈਟ ਮੀਨਸ ਉਹਦੇ 'ਚ ਮੈਂ ਪ੍ਰੈਕਟੀਕਲ ਐਕਸਪੀਰੀਅੰਸ ਲਿਆ। ਬਟ ਉਹਦੇ ਵਿੱਚ ਕੀ ਹੈਗਾ ਕਿ ਮੈਂ 10 ਤੋਂ 15 ਤੋਂ 20 ਹਜ਼ਾਰ ਰੁਪਏ ਸੈਲਰੀ ਲੈ ਰਿਹਾ, ਮੇਰੀ ਗਰੋਥ ਨਹੀਂ ਹੈ। ਮੈਂ ਉਹਨੂੰ ਕਹੂੰਗਾ ਜੀ ਰੀ ਇਨਵੈਸਟਮੈਂਟ। ਮੈਂ ਆਪਣੀ ਸਪੈਸੀਫਿਕ ਫੀਲਡ ਦੇ ਉੱਤੇ ਪੜ੍ਹਾਈ ਕੀਤੀ, ਪੜ੍ਹਾਈ ਕਰਕੇ ਮੈਂ ਉਹਦੇ 'ਤੇ ਕੰਮ ਕੀਤਾ, ਬਟ ਮੈਨੂੰ ਗਰੋਥ ਨਹੀਂ ਮਿਲੀ। ਉਹ ਗਰੋਥ ਦੇ ਲਈ ਮੈਂ ਉਹ ਤੋਂ ਐਡਵਾਂਸ ਲੈਵਲ ਪੜ੍ਹਨਾ ਚਾਹੁੰਦਾ। ਦੈਟ ਮੀਨਸ ਮੈਂ ਮਾਸਟਰਸ ਕਰਨਾ ਚਾਹੁੰਦਾ ਉਹ ਸਪੈਸੀਫਿਕਲੀ ਸੇਮ ਫੀਲਡ ਦੇ ਵਿੱਚ। ਉਹ ਮਾਸਟਰਸ ਕਰਨ ਲਈ ਐਪਲੀਕੇਸ਼ਨ ਐਲੀਜੀਬਲ ਹੋਣੀ ਚਾਹੀਦੀ ਹੈ। ਐਪਲੀਕੇਸ਼ਨ ਦੇ ਲਈ 6 ਬੈਂਡ ਆਇਲਸ ਦੇ ਚਾਹੀਦੇ ਆ ਜੀ। ਵਿਦਾਊਟ ਆਇਲਸ ਵੀ ਹੋ ਜਾਣਗੇ। ਕਈ ਯੂਨੀਵਰਸਿਟੀਜ਼ ਇੱਦਾਂ ਦੀਆਂ ਜਿਹੜੀਆਂ ਵਿਦਾਊਟ ਆਇਲਸ ਐਕਸੈਪਟ ਕਰਦੀਆਂ। ਬਟ ਜਿਹੜਾ ਬੰਦਾ ਆਇਲਸ ਨਹੀਂ ਕਰ ਸਕਦਾ, ਮੈਨੂੰ ਲੱਗਦਾ ਨਹੀਂ ਹੈ ਕਿ ਉਹ US ਦਾ ਵੀਜ਼ਾ ਲਏਗਾ, ਕਿਉਂਕਿ US ਦਾ ਜਿਹੜਾ ਵੀਜ਼ਾ ਹੈਗਾ ਇੰਟਰਵਿਊ ਬੇਸਡ ਹੈ। ਸਰ, ਮੈਂ ਇੱਕ ਮਿੰਟ ਪਹਿਲਾਂ ਆਪਾਂ ਕਾਲ ਲੈ ਲੈਣਾ, ਸਾਨੂੰ ਲਗਾਤਾਰ ਕਾਲ ਆ ਰਹੀਆਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਰ, ਰੂਹੀ ਗੱਲ ਕਰ ਰਹੀ ਹਾਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਕੀ ਸਵਾਲ ਹੈ ਜੀ ਤੁਹਾਡਾ? ਸਰ, ਮੈਂ ਅਮਰੀਕਾ ਦਾ ਅਪਲਾਈ ਕਰਨਾ ਹੈ ਆਪਣਾ। ਹਾਂਜੀ, ਆਪਣੀ ਪ੍ਰੋਫਾਈਲ ਦੱਸੋ ਜੀ, ਕੀ ਹੈ ਜੀ ਤੁਹਾਡੀ? ਸਰ, ਮੈਂ +2 ਕੀਤੀ ਹੈ 2020 ਦੇ ਵਿੱਚ। ਓਕੇ, ਹਾਂਜੀ, ਕੀ ਪਰਸੈਂਟੇਜ ਹੈ ਜੀ ਤੁਹਾਡੀ? ਮੈਡਮ, ਪਰਸੈਂਟੇਜ ਕੀ ਹੈ ਜੀ ਤੁਹਾਡੀ? ਸਰ, 60% ਹੈ। 60% ਹੈ। 2020 ਤੋਂ ਬਾਅਦ ਕੀ ਕੀਤਾ ਜੀ ਤੁਸੀਂ? ਸਰ, ਮੇਰਾ ਗੈਪ ਹੈ 20 ਤੋਂ ਬਾਅਦ। ਓਕੇ, ਆਇਲਸ ਕਰ ਰਹੀ ਹੈ ਜੀ? ਹਾਂਜੀ ਸਰ, ਮੈਂ ਆਇਲਸ ਕੀਤੀ। ਮੇਰੀ ਓਵਰਆਲ 6 ਬੈਂਡ ਹੈ, 2 'ਚ 5.5 ਹੈ ਸਰ। ਰਾਈਟ। ਦੇਖੋ ਜੀ, 2020, 21 ਜਾਂ 22 ਪਾਸ ਆਊਟ ਹੈ। ਇਸ ਆਨਸਰ ਦੇ ਨਾਲ ਮੈਂ ਮੰਚ ਤੇ ਸਾਰੇ ਹੋਰ ਵਿਊਅਰਸ ਨੂੰ ਵੀ ਜਵਾਬ ਦੇਣਾ ਚਾਹੂੰਗਾ ਕਿ 20 ਔਨਵਰਡ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ +2 ਬੱਚੇ 6 ਬੈਂਡ ਤੁਹਾਡੇ ਆਇਲਸ ਦੇ ਵਿੱਚ ਹੈਗੇ ਆ, ਨਾਟ ਲੈਸ ਦੈਨ 5.5 ਬੈਂਡਸ। ਅਸੀਂ USA ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ ਜੀ। ਸਰ ਪਲਵਿੰਦਰ ਜੀ, ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕੀਤੀ ਸੀਗੀ ਕਿ ਕਾਫੀ ਖਰਚੇ ਆਉਂਦੇ ਆ। ਇਸ ਤੋਂ ਪਹਿਲਾਂ ਅਗਰ ਗੱਲ ਕਰਦੇ ਹਾਂ, I-20 ਫੀਸ ਆਉਂਦੀ ਹੈ, ਸਰਵਿਸ ਫੀਸ ਆਉਂਦੀ ਹੈ, ਔਰ ਅੰਬੈਸੀ ਫੀਸ ਆਉਂਦੀ ਹੈ। ਕਰਾ ਕੇ 50-60 ਹਜ਼ਾਰ ਰੁਪਏ ਦਾ ਖਰਚਾ ਆਉਂਦਾ। ਓਮ ਗਲੋਬਲ ਕੋਲੋਂ ਇੱਦਾਂ ਦੇ ਐਪਲੀਕੈਂਟਸ ਅਪਲਾਈ ਕਰਦੇ ਕਿ ਜਿਹੜੇ ਐਪਲੀਕੈਂਟਸ 2020 ਔਨਵਰਡ ਐਜੂਕੇਸ਼ਨ ਹੈ, ਜਾਂ ਗ੍ਰੈਜੂਏਟ 2016 ਔਨਵਰਡ ਹੈ। 6 ਬੈਂਡ ਜਿਹਦੇ ਆਇਲਸ ਦੇ ਵਿੱਚ ਹੈਗੇ ਆ, ਨਾ ਓਮ ਗਲੋਬਲ ਉਹਦੇ ਕੋਲ I-20 ਫੀਸ ਲਏਗਾ, ਨਾ ਸਰਵਿਸ ਲਏਗਾ, ਨਾ ਅੰਬੈਸੀ ਲਏਗਾ, ਈਵਨ ਫੰਡ ਦੇ ਚਾਰजेस ਵੀ ਕੋਈ ਨਹੀਂ ਹੋਣਗੇ।
ਸਾਰੇ ਪੈਸੇ ਲਾਂਗੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ। ਜਿਹੜੇ ਐਪਲੀਕੈਂਟਸ 6 ਬੈਂਡ ਆਇਲਸ ਕਰ ਚੁੱਕੇ ਆ ਉਹ ਹੋਮ ਗਲੋਬਲ ਤੋਂ USA ਦਾ ਵੀਜ਼ਾ ਅਪਲਾਈ ਕਰ ਸਕਦੇ ਆ ਜੀ। ਬਿਲਕੁਲ ਸਾਰੀ ਫੀਸ ਲਾਂਗੇ ਵੀਜ਼ਾ ਲੱਗਣ ਤੋਂ ਬਾਅਦ, ਕੋਈ 1 ਰੁਪਿਆ ਨਹੀਂ ਚਾਰਜ ਕੀਤਾ। ਸਰ ਜਿੱਦਾਂ ਆਪਾਂ ਗੱਲ ਕਰੀਏ USA ਲਈ ਲੋਕੀ 40-50 ਲੱਖ ਰੁਪਇਆ ਦੇਣ ਨੂੰ ਤਿਆਰ ਆ, ਉਹ ਵੀ ਪਹਿਲਾਂ, ਪਰ ਤੁਸੀਂ ਕਹਿੰਦੇ ਹੋ ਵੀਜ਼ੇ ਤੋਂ ਬਾਅਦ ਅਸੀਂ ਪੈਸੇ ਲੈਣੇ ਆ, ਐਮਬੈਸੀ ਫੀਸ ਵੀ ਕੋਲੋਂ ਲਾ ਰਹੇ ਹੋ, ਇਦਾਂ ਕਿਉਂ ਕਰ ਰਿਹਾ ਹੋਮ ਗਲੋਬਲ? ਤੁਹਾਨੂੰ ਕੀ ਸ਼ੋਰਟੀ ਹੈਗੀ ਹੈ ਵੀ ਵੀਜ਼ਾ ਆਊਗਾ? ਦੇਖੋ ਸਰ, ਕੰਮ ਕਰਨ ਦਾ ਇੱਕ ਤਰੀਕਾ ਹੈ, ਠੀਕ ਹੈ। ਹੁਣ ਇੱਕ ਹੈਗਾ ਕਿ ਬਲਕ 'ਚ ਐਪਲੀਕੇਸ਼ਨ ਆਪਾਂ ਅਪਲਾਈ ਕਰਦੇ, ਅਸੀਂ ਇਨਵੈਸਟ ਕਰ ਰਹੇ ਹਾਂ ਕਿਉਂਕਿ ਸਾਨੂੰ ਤਰੀਕਾ ਹੈ ਕੰਮ ਕਰਨ ਦਾ। ਮੈਨੂੰ ਵੀਜ਼ਾ ਲੈਣਾ ਆਉਂਦਾ ਹੈ, ਵੀਜ਼ਾ ਆਫਿਸਰ ਰਿਕਵਾਇਰ ਕੀ ਕਰਦਾ ਹੈ? ਡਾਕੂਮੈਂਟ ਬੇਸਡ ਵੀਜ਼ਾ ਨਹੀਂ ਹੈਗਾ, ਇੰਟਰਵਿਊ ਬੇਸਡ ਵੀਜ਼ਾ ਹੈ। ਇੰਟਰਵਿਊ ਬੇਸਡ ਵੀਜ਼ੇ ਦੇ ਵਿੱਚ ਕੀ ਹੈਗਾ ਕਿ ਸਿੰਪਲ ਪੈਰਾਮੀਟਰ ਹੈ, US ਕਿਉਂ ਜਾਣਾ ਚਾਹੁੰਦੇ ਹੋ, ਇਸ ਯੂਨੀਵਰਸਿਟੀ 'ਚ ਕਿਉਂ ਪੜ੍ਹਨਾ ਹੈ। ਹੁਣ ਅਗਰ ਆਪਾਂ 3 ਪੈਰਾਮੀਟਰਸ ਦੀ ਗੱਲ ਕਰਦੇ ਹਾਂ, ਪਹਿਲਾ ਪੈਰਾਮੀਟਰ ਇਹ ਆਉਂਦਾ ਕਿ ਤੁਸੀਂ ਜੈਨੂਇਨ ਸਟੂਡੈਂਟ ਹੈਗੇ ਹੋ, ਕਿ ਜੋ ਤੁਹਾਡੀ ਐਜੂਕੇਸ਼ਨ ਹੈ ਉਸ ਤੋਂ ਫਰਦਰ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ, ਕਿ ਉਹ ਕੁਆਲੀਫਿਕੇਸ਼ਨ US ਦੇ ਵਿੱਚ ਮੈਚ ਕਰਦੀ ਹੈ ਤੁਹਾਡੀ। ਸੈਕਿੰਡ ਚੀਜ਼ ਇਹ ਆਂਦੀ ਕਿ ਫਾਈਨੈਂਸ਼ੀਅਲ ਕੈਪੇਬਿਲਿਟੀ ਤੁਹਾਡੀ ਹੋਏਗੀ। ਐਗਜ਼ਾਮਪਲ, ਤੁਹਾਡਾ ਰਹਿਣ ਖਾਣ ਪੀਣ ਫੀਸ ਦਾ ਖਰਚਾ ਝੱਲ ਸਕਦੇ ਹੋ, ਅਗਰ ਤੁਸੀਂ ਉਹ ਚੀਜ਼ ਕਰ ਸਕਦੇ ਹੋ। ਦੂਜਾ ਪੈਰਾਮੀਟਰ ਇਹ ਕਲੀਅਰ ਹੁੰਦਾ। ਤੀਜਾ ਪੈਰਾਮੀਟਰ ਇਹ ਹੈ ਸਟੱਡੀਜ਼ ਕਰੋਗੇ, ਹਾਊ ਯੂ ਆਰ ਅ ਬੋਨਾਫਾਈਡ ਸਟੂਡੈਂਟ, ਕਿ ਤੁਸੀਂ ਜੈਨੂਇਨ ਸਟੂਡੈਂਟ ਕਿਉਂ ਹੈਗੇ ਹੋ। ਉਹਦੇ ਵਿੱਚ ਤੁਸੀਂ ਆਪਣੀ ਇੰਟੈਂਸ਼ਨਸ ਦੱਸਦੇ ਹੋ, ਮੈਂ +2 ਕੀਤੀ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੈ, ਇਸ ਤੋਂ ਬਾਅਦ ਮੇਰਾ ਇਹ ਐਕਸਪੀਰੀਅੰਸ ਰਿਹਾ, ਫਰਦਰ ਮੈਂ ਇਸ ਕਰਕੇ ਪੜ੍ਹਨਾ ਚਾਹੁੰਦਾ ਵਾਂ। ਐਗਜ਼ਾਮਪਲ, ਮੈਂ ਅੱਜ ਆਪਣੀ BSc IT ਕਰ ਲਈ, BSc IT ਕਰਕੇ ਮੈਂ ਲਿਆ ਐਕਸਪੀਰੀਅੰਸ ਲੈਣ ਤੋਂ ਬਾਅਦ ਮੈਂ ਕੋਈ ਆਪਣਾ ਕੰਮ ਕਰਨਾ ਚਾਹੁੰਦਾ, ਜਿੱਥੇ ਮੈਨੂੰ ਲੱਗਦਾ ਗਰੋਥ ਨਹੀਂ ਮਿਲੀ, ਯਾਰ ਆਪਣਾ ਕੰਮ ਕੀਤਾ ਜਾਏ ਕਿ ਮੈਨੂੰ ਬੈਨੀਫਿਟ ਹੋਏਗਾ। ਆਪਣਾ ਕੰਮ ਚਲਾਉਣ ਦੇ ਲਈ, ਆਪਣਾ ਬਿਜ਼ਨਸ ਕਰਨ ਦੇ ਲਈ ਮੈਨੂੰ ਮੈਨੇਜਮੈਂਟ ਪੜ੍ਹਨੀ ਪੈਣੀ ਹੈ। IT ਦੇ ਵਿੱਚ ਮੈਨੇਜਮੈਂਟ ਮੈਂ ਨਹੀਂ ਪੜ੍ਹੀ, ਮੈਂ ਲੈਕ ਕਰ ਗਿਆ ਮੈਨੇਜਮੈਂਟ ਸਕਿੱਲਸ ਤੋਂ। ਪੜ੍ਹਨ ਨੂੰ ਮੈਂ ਆਪਣੇ ਇੰਡੀਆ ਦੇ ਵਿੱਚ ਵੀ ਪੜ੍ਹ ਸਕਦਾ, ਬਟ ਮੈਨੂੰ ਉਹ ਗਰੋਥ ਨਹੀਂ ਮਿਲੀ। ਫਿਰ ਅਰਾਊਂਡ ਦੀ ਗਲੋਬ ਮੈਂ ਆਪਣੀ ਡੈਸਟੀਨੇਸ਼ਨ ਫਾਈਂਡ ਕੀਤੀ ਕਿ ਮੈਨੂੰ ਮੈਨੇਜਮੈਂਟ ਸਭ ਤੋਂ ਵਧੀਆ ਕਿੱਥੇ ਪੜ੍ਹਾਈ ਜਾਏਗੀ। ਸੋ ਮੈਂ US ਦੇਖਿਆ, US ਦੇ ਵਿੱਚ ਤਾਂ ਕਰਕੇ ਮੈਂ ਕੋਰਸ ਸਪੈਸੀਫਿਕਲੀ ਕਰਨਾ ਚਾਹੁੰਦਾ। ਇੰਟੈਂਸ਼ਨਸ ਕਲੀਅਰ ਹੋਣੀ ਚਾਹੀਦੀ ਹੈ ਜੀ, ਬਿਲਕੁਲ ਵੀਜ਼ਾ ਮਿਲਦਾ ਹੈ। ਸਰ ਆਪਾਂ ਇੱਕ ਕਾਲ ਲੈ ਲੈਂਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਸਰ ਮੈਂ ਰਵਿੰਦਰਪਾਲ ਸਿੰਘ ਗੱਲ ਕਰ ਰਿਹਾ ਜਲੰਧਰ ਤੋਂ। ਹਾਂਜੀ ਸਰ, ਕੀ ਸਵਾਲ ਹੈ ਜੀ ਤੁਹਾਡਾ? ਪ੍ਰੋਫਾਈਲ ਦੱਸੋ ਪਹਿਲਾਂ, ਫਿਰ ਆਪਣਾ। ਮੈਂ M.Tech ਕੀਤੀ ਹੈ ਤੇ ਮੇਰਾ ਨਾ ਜੀ 2 ਸਾਲ ਦਾ ਐਕਸਪੀਰੀਅੰਸ ਹੈ ਤੇ ਮੈਂ ਨਾ USA ਲਈ ਟਰਾਈ ਕਰ ਰਿਹਾ ਸਰ। ਕੋਈ ਹੈ ਇਦਾਂ ਦਾ ਪਲਾਨ ਤੁਹਾਡੇ ਕੋਲ ਜਿਹੜਾ? ਤੁਸੀਂ M.Tech ਕਦੋਂ ਕੀਤੀ ਸੀ ਸਰ? ਸਰ ਮੈਨੂੰ ਹੋ ਗਿਆ M.Tech ਕੀਤੇ ਨੂੰ 7-6 ਸਾਲ ਹੋ ਗਏ ਆ। M.Tech ਕਾਹਦੇ ਵਿੱਚ ਕੀਤੀ ਹੈ ਜੀ ਤੁਸੀਂ? ਹਾਂਜੀ ਸਰ, M.Tech ਕਾਹਦੇ ਵਿੱਚ ਕੀਤੀ ਹੈ ਜੀ? ਮਕੈਨੀਕਲ 'ਚ ਕੀਤੀ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਆਇਲਸ ਹੈਗੀ ਹੈ? ਆਇਲਸ ਕੀਤੀ ਹੈ ਜੀ, ਪਰ ਉਹਦੇ ਚ ਇੱਕ ਮੋਡਿਊਲ ਚੋਂ ਬੈਂਡ 5.5 ਰਹਿ ਗਏ ਆ। ਫਾਈਨ। ਓਵਰਆਲ ਬੈਂਡ ਸਕੋਰ ਕੀ ਹੈ ਜੀ ਤੁਹਾਡੇ? ਹਾਂਜੀ ਸਰ, ਓਵਰਆਲ ਬੈਂਡ ਸਕੋਰ ਕੀ ਹੈ ਜੀ? ਓਵਰਆਲ 6 ਹੈਗਾ ਸਰ। 6 ਬੈਂਡ ਹੈ ਜੀ, ਜੋ ਕਿ ਆਲਰੇਡੀ ਮੈਂ ਹੁਣੇ ਦੱਸ ਚੁੱਕਾ ਜੀ। 16 ਔਨਵਰਡ ਐਪਲੀਕੇਸ਼ਨਸ, ਚਾਹੇ ਤੁਸੀਂ ਗ੍ਰੈਜੂਏਟ ਹੋ ਜਾਂ ਮਾਸਟਰਸ ਹੋ, 6 ਬੈਂਡ ਆਇਲਸ ਦੇ ਵਿੱਚ ਹੋਣਾ ਚਾਹੀਦਾ। ਡੈਫੀਨੇਟਲੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਸਾਡੀ ਜਲੰਧਰ ਬ੍ਰਾਂਚ ਦੇ ਵਿੱਚ ਵਿਜ਼ਿਟ ਕਰਕੇ US ਦਾ ਵੀਜ਼ਾ ਅਪਲਾਈ ਕਰਕੇ ਔਰ ਵੀਜ਼ਾ ਹਾਸਲ ਕਰ ਸਕਦੇ ਹੋ ਜੀ। ਆਪਣੇ ਡਾਕੂਮੈਂਟਸ ਨਾਲ ਲੈ ਕੇ ਆਈਓ, ਪਰਿਵਾਰਕ ਮੈਂਬਰਾਂ ਦੇ ਨਾਲ ਆਈਓ, ਤਾਂ ਕਿ ਸਾਰੇ ਪ੍ਰੋਪਰ ਇੱਕ ਗਾਈਡੈਂਸ ਲੈ ਸਕਣ ਔਰ ਇੱਕ ਪ੍ਰੋਸੈਸ ਨੂੰ ਸਮਝ ਸਕਣ। ਤੇ ਜਿਵੇਂ ਕਿ ਸਰ ਨੇ ਤੁਹਾਨੂੰ ਦੱਸਿਆ, ਜਿਹੜੇ ਸਟੂਡੈਂਟ USA ਜਾਣਾ ਚਾਹੁੰਦੇ ਨੇ, ਸਾਡਾ ਅੱਜ ਖਾਸ ਪ੍ਰੋਗਰਾਮ ਹੈ ਜਿਹੜਾ USA ਨੂੰ ਲੈ ਕੇ ਹੈ। ਜੇਕਰ ਤੁਸੀਂ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਤੁਹਾਡਾ ਲੰਬਾ ਗੈਪ ਹੈ, ਪਰ ਜੈਨੂਇਨ ਤਰੀਕੇ ਦੇ ਨਾਲ ਤੁਸੀਂ ਜੌਬ ਕਰ ਰਹੇ ਹੋ ਜਾਂ ਜੋ ਤੁਸੀਂ ਪੜ੍ਹਿਆ ਉਸੇ ਰਿਲੇਟਡ ਅੱਗੇ ਫਰਦਰ ਪੜ੍ਹਨਾ ਚਾਹੁੰਦੇ ਹੋ, ਤਾਂ ਸਹੀ ਤਰੀਕੇ ਦੇ ਨਾਲ ਤੁਸੀਂ USA ਜਾ ਸਕਦੇ ਹੋ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਤੁਹਾਡੀ ਐਮਬੈਸੀ ਫੀਸ ਹੈ ਜਾਂ ਪਹਿਲਾਂ ਫਾਈਲ ਚਾਰजेस ਨੇ, ਕੋਈ ਵੀ ਪੈਸਾ ਹੋਮ ਗਲੋਬਲ ਵੱਲੋਂ ਨਹੀਂ ਲਿਆ ਜਾਊਗਾ। ਜਿਹਦੇ 6 ਈਚ ਬੈਂਡ ਹੈਗੇ ਆ, ਉਹਨਾਂ ਸਟੂਡੈਂਟ ਲਈ ਖਾਸ ਆਫਰ ਹੈਗੀ ਹੈ ਜਿਹੜੇ USA ਜਾਣਾ ਚਾਹੁੰਦੇ ਨੇ। ਪੂਰੀ ਫੀਸ ਹੋਮ ਗਲੋਬਲ ਵੱਲੋਂ ਪੇ ਕੀਤੀ ਜਾਊਗੀ ਔਰ ਆਫਟਰ ਵੀਜ਼ਾ ਜਿਹੜੀ ਤੁਹਾਡੇ ਤੋਂ ਫੀਸ ਲਈ ਜਾਊਗੀ। ਤੇ ਆਪਾਂ ਅਗਲੀ ਕਾਲ ਲੈ ਲੈਂਦੇ ਇਸ ਦਿਨ। ਹੈਲੋ, ਲੱਗਦਾ ਕਾਲ ਕੱਟ ਗਈ ਹੈ ਸਰ। ਹੋਰ ਜਿਵੇਂ ਸਟੂਡੈਂਟ ਕਿਸੇ ਨੇ ਰੀਸੈਂਟ +2 ਕੀਤੀ ਹੋਈ ਹੈ, ਜਿਵੇਂ ਹੁਣ ਆਪਾਂ ਦੇਖਦੇ ਹਾਂ ਸਟੂਡੈਂਟ ਦੇ ਰਿਜ਼ਲਟ ਆਉਣ ਵਾਲੇ ਆ, ਜਿਨ੍ਹਾਂ ਨੇ ਹੁਣੇ +2 ਕੀਤੀ ਹੈ, ਕਿ ਉਹ ਸਟੂਡੈਂਟ ਵੀ USA ਜਾ ਸਕਦੇ ਆ? ਬਿਲਕੁਲ ਜੀ, ਐਲੀਜੀਬਿਲਿਟੀ ਕ੍ਰਾਈਟੇਰੀਆ 'ਚ ਕੋਈ ਡਿਫਰੈਂਸ ਨਹੀਂ ਰਹੇਗਾ। 23 ਵਾਲੇ ਬੱਚੇ ਜਿਹੜੇ ਆ ਮੋਸਟ ਵੈਲਕਮ ਕਹਾਂਗਾ, ਕਿਉਂਕਿ ਜੋ ਰੀਸੈਂਟ ਅਪਡੇਟ ਆਈ ਹੈ US ਗਵਰਨਮੈਂਟ ਵੱਲੋਂ, US ਐਮਬੈਸੀਜ਼ ਵੱਲੋਂ, ਜੋ ਕਿ ਐਜ਼ ਕੰਪੇਅਰ ਟੂ ਪ੍ਰੀਵੀਅਸ ਈਅਰ ਇਸ ਸਾਲ ਦੇ ਵਿੱਚ ਆਲਮੋਸਟ 10 ਲੱਖ ਵੀਜ਼ਾ ਗ੍ਰਾਂਟ ਕਰਨਗੇ। ਦੈਟ ਮੀਨਸ ਬੜੀ ਵੱਡੀ ਤਿਆਰੀ, ਬੜੀ ਵੱਡੀ ਪ੍ਰੈਪਰੇਸ਼ਨ ਦੇ ਨਾਲ US ਇਸ ਟਾਈਮ ਪ੍ਰਿਪੇਅਰ ਹੋ ਚੁੱਕਾ ਔਰ ਵੀਜ਼ਾਸ ਦਊਗਾ। ਸੋ ਜਿਹੜੇ ਜੈਨੂਇਨ ਪ੍ਰੋਫਾਈਲਸ ਹੈਗੇ ਆ ਜੀ, ਉਹਨਾਂ ਨੂੰ ਵੀਜ਼ਾਸ ਮਿਲਣਗੇ। ਤੁਸੀਂ ਇੱਕ ਮੈਨੂੰ ਸਵਾਲ ਕੀਤਾ ਸੀਗਾ ਕਿ ਲੋਕੀ 40-40 ਲੱਖ ਲਾ ਕੇ ਜਾਂਦੇ ਆ। ਡਿਫਰੈਂਸ ਜ਼ਿਆਦਾ ਨਹੀਂ ਹੈ। ਚੀਜ਼ ਕੀ ਹੈ ਜੀ, ਰਾਈਟ ਤਰੀਕੇ ਦੇ ਨਾਲ, ਰਾਈਟ ਡਾਇਰੈਕਸ਼ਨ ਦੇ ਨਾਲ ਨਹੀਂ ਚੱਲਣਾ। ਹੁਣ ਅਸੀਂ ਕਈ ਵਾਰੀ ਐਡ ਕਰ ਦਿੰਦੇ ਆ ਜੀ USA ਜਾਓ, ਉਹਦੇ 'ਚ ਕੀ ਹੁੰਦਾ ਕਿ +2 ਕੀਤੀ ਹੈ ਭਾਜੀ 2010 ਦੇ ਵਿੱਚ, ਉਹ ਬੱਚਾ ਮੇਰੇ ਕੋਲ ਆ ਜਾਂਦਾ। ਇੱਦਾਂ ਦਾ ਬੱਚਾ ਬਿਲਕੁਲ ਵੀ ਨਾ ਆਵੇ, ਜਾਂ ਕਿਸੇ ਏਜੰਟ ਕੋਲ ਜਾਂਦੇ ਹੋ ਠੱਗੀ ਦਾ ਸ਼ਿਕਾਰ ਬਣਦੇ ਹੋ।
ਉਹਦੇ ਵਿੱਚ ਟਾਈਮ ਵੇਸਟ ਹੋਏਗਾ। ਸੋ ਮੇਰੇ ਇਹੀ ਮੈਸੇਜ ਰਹੂਗਾ ਕਿ ਇਦਾਂ ਦੀ ਜਿਹੜੀ ਐਪਲੀਕੇਸ਼ਨ ਹੈ ਬਹੁਤ ਜ਼ਿਆਦਾ ਗੈਪ ਹੈ, 15 18 ਸਾਲ ਦਾ ਗੈਪ ਹੈ। ਟੂਰਿਸਟ ਵੀਜ਼ਾ ਅਪਲਾਈ ਕਰ ਲੈਣ ਉਹ ਲੱਗ ਸਕਦਾ, ਬਟ ਸਟੂਡੈਂਟ ਅਪਲਾਈ ਨਾ ਸਰ ਕਰਨ। ਆਪਾਂ ਕਾਲ ਲੈ ਲੈਂਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਹਾਂ ਅਕਾਲ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਸਰ। ਮੈਂ ਹਿਮਾਨੀ ਗੱਲ ਕਰ ਰਹੀ ਹਾਂ। ਹਾਂਜੀ ਮੈਮ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਜੀ? ਸਰ ਮੈਂ ਯੂਐਸਏ ਵੀਜ਼ਾ ਵਾਸਤੇ ਪੁੱਛਣਾ ਚਾਹੁੰਦੀ ਹਾਂ। ਕੀ ਪ੍ਰੋਫਾਈਲ ਹੈ ਜੀ? ਸਰ ਗ੍ਰੈਜੂਏਸ਼ਨ ਕੀਤੀ ਹੋਈ ਹੈ 2019 ਦੇ ਵਿੱਚ। ਠੀਕ ਹੈ ਜੀ। ਹਾਂਜੀ, ਤੇ ਮੇਰੇ 6 ਬੈਂਡ ਹੈਗੇ ਆ ਓਵਰਆਲ, ਤੇ ਇੱਕ ਮੋਡਿਊਲ ਵਿੱਚ ਸਰ 5.5 ਹੈਗੇ ਆ। ਮੇਰਾ ਯੂਐਸਏ ਦਾ ਵੀਜ਼ਾ ਲੱਗ 19 ਤੋਂ ਬਾਅਦ ਕੀ ਕੀਤਾ ਜੀ ਤੁਸੀਂ? 2019 ਤੋਂ ਬਾਅਦ ਕੀ ਕੀਤਾ ਮੈਮ? ਤੁਸੀਂ ਕੀ ਕਰਦੇ ਰਹੇ ਹੋ ਹੁਣ ਤੱਕ? ਉਸ ਤੋਂ ਬਾਅਦ ਮੈਂ ਕੁਝ ਨਹੀਂ ਕੀਤਾ ਸਰ, ਮੇਰਾ ਗੈਪ ਹੈ ਜੀ। ਓਕੇ, 19 ਪਾਸ ਆਊਟ ਹੈਗੇ ਹੋ ਜੀ ਆਲਰੇਡੀ, ਤੁਸੀਂ ਸ਼ੋਅ ਵੀ ਦੇਖ ਰਹੇ ਹੋ, ਮੈਂ ਆਨਸਰ ਕਰ ਚੁੱਕਾ ਇਸ ਬਾਰੇ। ਦੁਬਾਰਾ ਮੈਂ ਇੱਕ ਵਾਰੀ ਦੱਸ ਦਿੰਦਾ ਕਿ ਜਿਹੜੇ ਵਿਊਅਰਸ ਦੇਖ ਰਹੇ ਆ, ਹੋ ਸਕਦਾ ਕਿ ਕਿਸੇ ਨੇ ਸ਼ੋਅ ਜਿਹੜਾ ਲੇਟ ਦੇਖਣਾ ਸਟਾਰਟ ਕੀਤਾ ਹੋਵੇ। +2 ਐਪਲੀਕੈਂਟ 2020 ਔਨਵਰਡ, ਗ੍ਰੈਜੂਏਟ ਐਪਲੀਕੈਂਟ 2016 ਔਨਵਰਡ। ਓਵਰਆਲ 6 ਬੈਂਡ ਹੋਣੇ ਚਾਹੀਦੇ ਜੀ। ਇੱਕ ਜਾਂ ਦੋ ਮੋਡਿਊਲ ਦੇ ਵਿੱਚ 5.5 ਬੈਂਡ ਹੈ। ਬਿਲਕੁਲ ਤੁਸੀਂ ਯੂਐਸਏ ਸਟੂਡੈਂਟ ਵੀਜ਼ਾ ਹੋਮ ਗਲੋਬਲ ਰਾਹੀਂ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਲਿਆ ਜਾਏਗਾ, ਨਾ ਕੋਈ ਪ੍ਰੋਸੈਸਿੰਗ ਫੀਸ, ਨਾ ਕੋਈ ਫਾਈਲ ਖਰਚਾ, ਨਾ ਕੋਈ ਇੰਟਰਵਿਊ ਚਾਰजेस। ਇਵਨ ਕੰਪਨੀ ਤੁਹਾਡੀ I-20 ਸਰਵਿਸ ਔਰ ਐਮਬੈਸੀ ਫੀਸ ਵੀ ਪੇ ਕਰੇਗੀ। ਕੋਈ ਫੰਡ ਚਾਰजेस ਨਹੀਂ ਹੈਗੇ ਜੀ, ਸਾਰੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਜੈਨੂਇਨ ਚੀਜ਼ ਇਹਦੇ ਵਿੱਚ ਜੀ। ਐਕਚੁਅਲੀ ਮੈਂ ਇਹੀ ਕਨਫਰਮ ਕਰਨਾ ਸੀਗਾ, ਕਿਉਂਕਿ ਕਾਫੀ ਸਾਰੇ ਏਜੰਟ ਤਾਂ ਕਹਿ ਦਿੰਦੇ ਆ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੈ, ਬਟ ਤੁਹਾਨੂੰ ਪਤਾ ਹੈ ਕਿ ਕਾਫੀ ਵਾਰੀ ਏਦਾਂ ਹੋ ਜਾਂਦਾ ਹੈ ਕਿ ਫਿਰ ਉੱਥੇ ਜਾ ਕੇ ਕੁਝ ਹੋ ਜਾਂਦਾ। ਮੈਂ ਤੁਹਾਡੀ ਐਡ ਦੇਖ ਰਹੀ ਸੀ, ਮੈਂ ਐਕਚੁਅਲੀ ਜ਼ਿਆਦਾ ਇਹੀ ਕਨਫਰਮ ਕਰਨਾ ਸੀਗਾ ਕਿ ਇੱਕ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਲੈਣਾ। ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਮੈਡਮ? ਕਿੱਥੋਂ ਬੋਲ ਰਹੇ ਹੋ ਮੈਮ ਤੁਸੀਂ? ਸਰ ਮੈਂ ਅਲਾਵਲਪੁਰ ਤੋਂ ਗੱਲ ਕਰ ਰਹੀ ਹਾਂ। ਓਕੇ, ਅਲਾਵਲਪੁਰ ਤੋਂ ਗੱਲ ਕਰ ਰਹੇ ਹੋ ਤੁਸੀਂ। 9216192167 9216192167 ਤੇ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਮਿਲ ਸਕਦੇ ਹੋ ਜੀ। ਠੀਕ ਹੈ ਜੀ ਸਰ, ਥੈਂਕ ਯੂ ਜੀ। ਥੈਂਕ ਯੂ ਸਰ। ਤੇ ਇਸ ਸਟੂਡੈਂਟ ਦੀ ਸਭ ਤੋਂ ਵੱਡੀ ਇਹ ਗੱਲ ਰਹਿੰਦੀ ਹੈ ਕਿ ਆਪਾਂ ਐਡ ਬਹੁਤ ਦੇਖ ਲੈਂਦੇ ਆ, ਚਾਹੇ ਅੱਜ ਸੋਸ਼ਲ ਮੀਡੀਆ ਦੇਖ ਲਈਏ, ਚਾਹੇ ਆਪਾਂ ਟੀਵੀ ਦੀ ਗੱਲ ਕਰੀਏ, ਵੱਖ-ਵੱਖ ਚੈਨਲਸ ਦੇ ਜਿਵੇਂ ਸ਼ੋਅ ਵੀ ਆ ਰਹੇ ਆ। ਹਰੇਕ ਬੰਦਾ ਆਪਣਾ ਸੋਸ਼ਲ ਮੀਡੀਆ ਤੇ ਵੀ ਬੋਲ ਰਿਹਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਇੱਕ ਟੈਗ ਲਾਈਨ ਹੀ ਬਣ ਗਈ ਹੈ, ਜੇ ਕਿਸੇ ਨੇ ਵੀਜ਼ੇ ਦਾ ਕੰਮ ਕਰਨਾ ਜਾਂ ਸਟੱਡੀ ਵੀਜ਼ਾ ਦਾ ਜਾਂ ਇਮੀਗ੍ਰੇਸ਼ਨ ਦਾ ਕੰਮ ਕਰਨਾ, ਤਾਂ ਉਹਨਾਂ ਦੀ ਟੈਗ ਲਾਈਨ ਬਣ ਗਈ ਹੈ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਪਰ ਜਦੋਂ ਸਟੂਡੈਂਟ ਉਹਦੇ ਆਫਿਸ ਜਾਂਦਾ ਹੈ ਤਾਂ ਫਿਰ ਕਿਹਾ ਜਾਂਦਾ ਨਹੀਂ ਜੀ ਇਹ ਫੀਸ ਪਹਿਲਾਂ ਲੱਗੂਗੀ, ਐਮਬੈਸੀ ਫੀਸ ਤੁਸੀਂ ਦੇਣੀ ਹੈ, ਜਾਂ ਇਦਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ। ਜਿਵੇਂ ਕਿ ਆਪਾਂ ਨੂੰ ਇਹ ਕਾਲ ਵੀ ਆਈ ਸੀ, ਤੇ ਇਸ ਦੇ ਵਿੱਚ ਓਮ ਗਲੋਬਲ ਹੈ, ਜਿਵੇਂ ਆਪਾਂ ਯੂਐਸਏ ਦੀ ਗੱਲ ਕਰ ਰਹੇ ਹਾਂ, ਹੋਰ ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਯੂਐਸਏ ਦੇ ਵਿੱਚ, ਜਾਂ ਉਹਨਾਂ ਦੇ ਪੇਰੈਂਟਸ ਨਾਲ ਜਾ ਸਕਦੇ ਆ? ਕਿੰਨਾ ਟਾਈਮ ਲੱਗ ਰਿਹਾ ਔਰ ਕਿੰਨਾ ਸਕਸੈਸ ਰੇਟ ਹੈਗਾ ਇਹਦਾ? ਦੇਖੋ, 1 ਬਾਏ 1 ਤੁਸੀਂ ਨਾ ਇੱਕ ਵਾਰ ਚ ਮੈਨੂੰ 4-5 ਸਵਾਲ ਕਰਦੇ, ਮੈਂ ਤੁਹਾਨੂੰ ਇੱਕ ਕਰਕੇ ਆਨਸਰ ਕਰੂੰਗਾ। ਪਹਿਲਾ ਸਵਾਲ ਸੀਗਾ ਜੋ ਇਹਨਾਂ ਦਾ ਕਿ ਨਿੱਕਾ ਪੈਸਾ ਨਹੀਂ ਦੇਣਾ। ਸੋ ਇੱਕ ਐਡ ਕਰਨਾ ਔਰ ਰਿਐਲਿਟੀ ਦੇਖਣਾ, ਉਹ ਡਿਫਰੈਂਸ ਹੈ ਜੀ। ਪਹਿਲੀ ਚੀਜ਼ ਕੀ ਆਉਂਦੀ ਹੈ ਕਿ ਇੱਥੋਂ ਤੁਸੀਂ ਕਹਿੰਦੇ ਹੋ ਕਿ ਮੇਰੇ ਚਾਰजेस ਜਿਹੜੇ ਆ ਉਹ ਵੀਜ਼ੇ ਤੋਂ ਬਾਅਦ ਮੈਂ ਲਾਂਗਾ। ਐਗਜ਼ਾਮਪਲ ਕਿਸੇ 10,000 ਪ੍ਰੋਸੈਸਿੰਗ ਫੀਸ ਹੈ, ਕਿਸੇ ਦੀ 20,000 ਆ, ਉਹ ਕਹਿੰਦਾ ਭਾਜੀ ਮੈਂ ਬਾਅਦ ਚ ਲਊਂਗਾ। ਈਵਨ ਜਿਹੜੇ ਸਰਕਾਰੀ ਖਰਚੇ ਨੇ, ਤੁਹਾਡੀ I-20 ਜਿਹੜੀ ਯੂਨੀਵਰਸਿਟੀ ਨੂੰ ਜਾਣੀ ਹੈ, ਹਰ ਇੱਕ ਬੱਚੇ ਨੂੰ ਪਤਾ ਹੈ। ਸਰਵਿਸ $350 ਜਿਹੜਾ ਹੈ ਸਰਕਾਰ ਨੂੰ ਜਾਂਦਾ ਜੀ, ਉਹ ਬੱਚੇ ਦੇ ਕਾਰਡ ਤੋਂ 20 ਕੱਟ ਹੋ ਜਾਂਦਾ। ਕ੍ਰੈਡਿਟ ਕਾਰਡ ਯੂਜ਼ ਹੁੰਦਾ ਜਿਹਦੇ ਵਿੱਚ ਪੇਮੈਂਟ ਕਰਨ ਤੇ। ਔਰ ਐਮਬੈਸੀ ਫੀਸ ਇੱਕ ਗਵਰਨਮੈਂਟ ਫੀਸ ਹੈ ਜਿਹੜੀ ਥਰੂ ਐਕਸਿਸ ਬੈਂਕ ਡਿਪੋਜ਼ਿਟ ਕਰਨੀ ਪੈਂਦੀ ਹੈ। ਕਈ ਬੱਚੇ ਐਸੇ ਨੇ ਕਿ ਜਿਹੜੇ ਐਪਲੀਕੇਸ਼ਨ ਦੇ ਵਿੱਚ ਇਹ ਬੇਸਿਕ ਖਰਚੇ ਕਰ ਸਕਦੇ, ਬਟ ਫੰਡ ਨਹੀਂ ਹੈਗੇ ਕਿਸੇ ਕੋਲ। ਹੁਣ ਏਜੰਟ 2-2 3-3 ਲੱਖ ਰੁਪਏ ਫੰਡਾਂ ਦਾ ਵੀ ਚਾਰਜ ਕਰਦਾ ਹੈ। ਸਮ ਟਾਈਮ ਹੁੰਦਾ ਕਿ ਬੱਚੇ ਦਾ ਥੋੜਾ ਜਿਹਾ ਫਲੋ ਘੱਟ ਹੈ, ਏਜੰਟ ਕਹਿੰਦਾ ਇੰਟਰਵਿਊ ਪ੍ਰੈਪਰੇਸ਼ਨ ਦੀ ਨੀਡ ਹੈਗੀ ਹੈ, 50,000 ਜਾਂ 1 ਲੱਖ ਪਹਿਲਾਂ ਲਊਂਗਾ। ਜਦੋਂ ਤੁਸੀਂ ਓਮ ਗਲੋਬਲ ਦੇ ਕੋਲੋਂ ਆਪਣਾ ਯੂਐਸਏ ਦਾ ਪ੍ਰੋਸੈਸ ਕਰਾਉਂਗੇ, ਸ਼ਰਤ ਇੱਕ ਹੈ, ਮੈਨੂੰ 6 ਬੈਂਡ ਓਵਰਆਲ ਚਾਹੀਦੇ ਹੈ ਜੀ, ਨਾਟ ਲੈਸ ਦੈਨ 5.5। ਅਸੀਂ ਕੋਈ ਨਿੱਕਾ ਪੈਸਾ ਨਹੀਂ ਲਾਂਗੇ, ਚਾਹੇ ਉਹ ਸਰਕਾਰੀ ਖਰਚੇ ਹੈ, ਚਾਹੇ ਉਹ ਕੋਈ ਵੀ ਫੀਸ ਹੈ। ਸਾਰੇ ਪੈਸੇ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਲੱਗ ਕੇ ਆ ਜਾਏਗਾ। ਸੋ ਇਹ ਹੈ ਜੀ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ। ਦੂਜੀ ਗੱਲ ਇਹ ਹੈ ਕਿ ਕ੍ਰਾਈਟੇਰੀਆ ਦੇ ਵਿੱਚ, ਸੋ ਸਟੂਡੈਂਟ ਵੀਜ਼ਾ ਦੇ ਵਿੱਚ ਕਈ ਵਾਰੀ ਵਹਿਮ ਰਹਿੰਦਾ। ਕਈ ਐਸੇ ਏਜੰਟ ਹੈ ਜੇ ਔਰ ਐਮ ਕੈਟੇਗਰੀ ਦੇ ਵਿੱਚ ਅਪਲਾਈ ਕਰਦੇ, ਜੋ ਕਿ ਪ੍ਰੋਪਰ ਸਟੂਡੈਂਟ ਵੀਜ਼ਾ ਕੈਟੇਗਰੀ ਨਹੀਂ ਹੈਗੀ। ਅਸੀਂ F1 ਕੈਟੇਗਰੀ ਦੇ ਵਿੱਚ ਅਪਲਾਈ ਕਰਾਂਗੇ, ਜਿਹਦੇ ਵਿੱਚ ਬੱਚੇ ਨੂੰ 5 ਸਾਲ ਦਾ ਵੀਜ਼ਾ ਮਿਲਦਾ। ਉਸ ਤੋਂ ਬਾਅਦ ਬੱਚਾ ਐਲੀਜੀਬਲ ਹੋ ਜਾਂਦਾ OPT CPT ਦੇ ਲਈ, ਦੈਨ ਬੱਚਾ H1B ਦੇ ਲਈ ਕੁਆਲੀਫਾਈ ਕਰਦਾ। ਸੋ ਇਸ ਤੋਂ ਆਲਟਰਨੇਟਿਵਲੀ ਅਗਰ ਆਪਾਂ ਗੱਲ ਕਰਦੇ ਹਾਂ ਕਿ ਪੇਰੈਂਟਸ ਕੰਪਨੀ ਨਹੀਂ ਕਰਨਗੇ, ਬੜਾ ਵੱਡਾ ਜਿਹੜਾ ਸਕੈਮ ਚੱਲਦਾ ਹੈ, ਫਰਾਡ ਲੋਕ ਕਰਦੇ ਆ ਕਿ ਸਕੂਲਿੰਗ ਵੀਜ਼ਾ ਦੇ ਉੱਤੇ ਫੈਮਿਲੀ ਮੈਂਬਰਸ ਨੂੰ ਭੇਜਾਂਗੇ ਜਾਂ ਸਟੂਡੈਂਟ ਵੀਜ਼ਾ ਦੇ ਉੱਪਰ ਫੈਮਿਲੀ ਮੈਂਬਰਸ ਨੂੰ ਭੇਜਾਂਗੇ। ਇੱਕ ਸਿੰਪਲ ਜੀ ਚੀਜ਼ ਆ ਭਾਜੀ, ਇੱਕ ਬੰਦਾ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦਾ USA ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਪਰਿਵਾਰਕ ਮੈਂਬਰ ਦੇ ਵਿੱਚ ਇੱਕ ਉਹਦੀ ਭੈਣ ਹੈ ਜੀ, ਮਾਂ ਹੈ ਤੇ ਪਿਓ ਹੈ, ਕਮਾਉਣ ਵਾਲਾ ਮੁਖੀਆ ਜਿਹੜਾ ਪਿਓ। ਕਈ ਲੋਕ ਕਹਿੰਦੇ ਕਿ ਪਿਓ ਦਾ ਵੀ ਵੀਜ਼ਾ ਅਪਲਾਈ ਕਰਾਂਗੇ ਨਾਲ, ਅਪਲਾਈ ਕਰਤਾ ਨਾਲ। ਹੁਣ ਪਿੱਛੇ ਪਰਿਵਾਰਕ ਮੈਂਬਰ 'ਚ ਕਮਾਉਣ ਵਾਲਾ ਕੋਈ ਨਹੀਂ ਰਹਿੰਦਾ, ਪਿਓ ਤਾਂ ਰਿਫਿਊਜ਼ ਹੁੰਦਾ ਹੀ ਹੁੰਦਾ, ਬੱਚਾ ਵੀ ਹੁੰਦਾ। ਉਹ ਇੰਟੈਂਸ਼ਨ ਹੈ ਕਿ ਤੁਸੀਂ ਬੰਦੇ ਨੂੰ ਸਿਰਫ ਭੇਜਣਾ ਚਾਹੁੰਦੇ ਹੋ,
ਵਾਪਸ ਨਹੀਂ ਆਓਗੇ ਜਾਂ ਉੱਥੇ ਪੜ੍ਹਾਈ ਨਹੀਂ ਕਰਨੀ। ਸੋ ਬੋਨਾਫਾਈਡ ਸਟੂਡੈਂਟ ਦੀ ਨਾ ਇੱਕ ਡੈਫੀਨੇਸ਼ਨ ਤੋਂ ਆਊਟ ਹੋ ਕੇ ਉਹ ਚੀਜ਼ ਚੱਲਦੀ ਹੈ। ਉਹਦੇ 'ਚ ਵੀਜ਼ਾ ਕਿਸੇ ਨੂੰ ਵੀ ਗਰੰਟ ਨਹੀਂ ਹੁੰਦਾ। ਜਿਹੜੇ ਜੈਨੂਨ ਐਪਲੀਕੈਂਟਸ ਹੈ US ਸਿਰਫ ਉਹਨਾਂ ਨੂੰ ਹੀ ਵੀਜ਼ਾ ਦਿੰਦਾ। 40-40 ਲੱਖ ਰੁਪਏ ਵੀ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਕਿ ਲੋਕ ਖਰਚ ਕੇ ਜਾਂਦੇ, ਕਿਉਂ ਜਾਂਦੇ ਆ? ਸਿੰਪਲ ਜੀ ਚੀਜ਼ ਹੈ ਜੀ, 2 ਤੋਂ 3 ਮਿੰਟ ਦੀ ਇੰਟਰਵਿਊ ਹੁੰਦੀ ਹੈ। ਇੰਨਾ ਕੁ ਮੈਨੂੰ ਇੰਗਲਿਸ਼ ਦਾ ਲੈਵਲ ਚਾਹੀਦਾ ਕਿ ਜੇ ਕਿਸੇ ਨੂੰ ਅੰਗਰੇਜ਼ੀ 'ਚ ਕੋਈ ਸਵਾਲ ਪੁੱਛਿਆ ਜਾਏ ਉਹਨੂੰ ਪਤਾ ਲੱਗ ਜਾਏ ਕਿ ਭਾਜੀ ਮੈਨੂੰ ਪੁੱਛਿਆ ਕੀ ਗਿਆ ਔਰ ਉਹਦਾ ਜਵਾਬ ਦੇ ਦੇ। ਜਿਹੜਾ ਬੰਦਾ 2 ਤੋਂ 3 ਮਿੰਟ ਅੰਗਰੇਜ਼ੀ ਬੋਲ ਸਕਦਾ ਉਹ USA ਜਾ ਸਕਦਾ। ਸੋ ਸਿੰਪਲ ਜੀ ਚੀਜ਼ ਹੈ, ਇਹ ਚੀਜ਼ ਰਹਿੰਦੀ ਹੈ। ਰੀਸੈਂਟ ਜਿਹੜੇ ਪਾਸ ਆਊਟ ਹੈਗੇ ਆ ਲਾਸਟ 5-6 ਸਾਲਾਂ ਦੇ, ਇੰਨਾ ਕੁ ਬੰਦੇ ਦਾ ਫਲੋ ਹੁੰਦਾ। ਜਾਂ ਜਿਹੜਾ ਬੰਦਾ ਨਾ ਭੱਜਦਾ ਕਿ ਭਾਜੀ ਪੱਕੀ ਪਕਾਈ ਖੀਰ ਮਿਲ ਜੇ, ਜਿੱਥੇ ਬਾਕੀ ਲੋਕ ਆਇਲਸ ਕਰਦੇ ਪਏ ਮੈਂ ਕਿਉਂ ਕਰਾਂ, ਮੈਨੂੰ ਕੋਈ ਸੇਫ ਤਰੀਕਾ ਮਿਲ ਜੇ ਮੈਂ ਆਇਲਸ ਨਾ ਕਰਾਂ। ਉਹ ਬੱਚਾ ਅਗਰ ਆਇਲਸ ਕਰਦਾ ਤੇ ਜੈਨੂਨ ਤਰੀਕੇ ਨਾਲ 5 ਸਾਲ ਦਾ ਵੀਜ਼ਾ ਇੰਡੀਆ ਤੋਂ ਗ੍ਰਾਂਟ ਕਰਾ ਕੇ ਲੈ ਕੇ ਜਾਂਦਾ। ਹੁਣ ਉਹ ਤੁਹਾਡਾ ਮਹੀਨੇ 2 ਮਹੀਨੇ ਦੀ ਪੜ੍ਹਾਈ ਨਾ ਕਰਨਾ, ਛੋਟੇ ਜਿਹੇ ਕੰਫਰਟ ਜ਼ੋਨ ਨੇ ਤੁਹਾਨੂੰ ਲਾਈਫ ਰਿਸਕ ਦੇ ਵਿੱਚ ਲੈ ਆਂਦਾ। ਹੁਣ ਲਾਸਟ ਤੁਸੀਂ ਦੇਖਦੇ ਹੋ ਕਿ ਡੋਂਕਿਆਂ ਤੇ ਵੀ ਲੋਕੀ ਜਾਂਦੇ, ਕਈ ਐਸੇ ਲੋਕ ਨੇ ਜਿਹੜੇ US ਤੱਕ ਪਹੁੰਚੇ ਨਹੀਂ, ਆਪਣੇ ਘਰ ਵੀ ਨਹੀਂ ਪਰਤੇ ਕਦੀ। ਉਹ ਆਪਣੀ ਲਾਈਫ ਨੂੰ ਰਿਸਕ ਦੇਣਾ ਹੈ। ਇੱਕ ਮਾਪਿਓ ਨੇ ਛੋਟਾ ਬੱਚਾ ਸ਼ੁਰੂ ਤੋਂ ਉਹਦਾ ਪਾਲਣ ਪੋਸ਼ਣ ਕਰਦੇ ਆ, ਵੱਡਾ ਹੁੰਦਾ ਉਹਦੇ ਸੁਪਨੇ ਸੋਚੇ ਜਾਂਦੇ ਆ, ਬਟ ਬੱਚਾ ਜਦੋਂ ਇਸ ਚੀਜ਼ ਤੇ ਆ ਕੇ ਕੋਈ ਘਰੇ ਵਾਪਸ ਨਹੀਂ, ਗੱਲ ਕੀ ਹੈ ਪੈਸਾ ਮੋੜ ਆਊਗਾ, ਕਿਸੇ ਦਾ ਧੀ ਪੁੱਤ ਨਹੀਂ ਮੁੜਨਾ। ਸੋ ਸਾਰਿਆਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਇਹੀ ਰਹੇਗੀ, ਜਾਂ ਤੇ US ਨਾ ਜਾਓ, ਜੇ ਜਾਣਾ ਤੇ IELTS PT ਕਰੋ, ਜਿਹਦੇ ਨਾਲ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ ਕਿ 5 ਸਾਲ ਦਾ ਵੈਲਿਡ ਵੀਜ਼ਾ ਅਪਲਾਈ ਕਰਾ ਕੇ ਤੁਸੀਂ USA ਪਹੁੰਚੋ ਔਰ ਇਹ 2 ਨੰਬਰ ਦੇ ਕੰਮਾਂ ਤੋਂ ਜਾਂ ਡੋਂਕੀਆਂ ਦੇ ਕੰਮਾਂ ਤੋਂ ਦੂਰ ਰਹੋ, ਕਿਉਂਕਿ ਪਿੱਛੇ ਤੁਹਾਡੇ ਮਾਪਿਓ ਇੰਤਜ਼ਾਰ ਕਰਦੇ ਆ। ਬੱਚਾ ਅੱਜ ਤੁਰ ਗਿਆ ਪਰ ਮਾਪਿਓ ਸਾਰੀ ਜ਼ਿੰਦਗੀ ਦੇ ਲਈ ਰੋਂਦਾ। ਸੋ ਗੁਜ਼ਾਰਿਸ਼ ਹੱਥ ਜੋੜ ਕੇ ਸਾਰੇ ਵਿਊਅਰਸ ਨੂੰ ਰਹੇਗੀ ਕਿ ਤੁਸੀਂ 2 ਨੰਬਰ ਦੇ ਕੰਮਾਂ 'ਚ ਬਿਲਕੁਲ ਐਪਲੀਕੇਸ਼ਨ ਨੂੰ ਨਾ ਕਰੋ। ਇਸ ਤੋਂ ਰਾਦਰ ਐਪਲੀਕੇਸ਼ਨ ਕਰਨੀ ਹੈ ਜੀ ਟੂਰਿਸਟ ਵੀਜ਼ਾ ਤੇ ਅਪਲਾਈ ਕਰ ਲਓ। 2 ਤੋਂ 3 ਮਿੰਟ ਦੀ ਇੰਟਰਵਿਊ ਹੈ, ਕੋਈ ਇਹਦੇ ਵਿੱਚ ਜ਼ਿਆਦਾ ਚੀਜ਼ ਨਹੀਂ, ਤੁਹਾਡੇ ਰਿਲੇਟਡ ਹੀ ਪੁੱਛਿਆ ਜਾਏਗਾ ਇਹਦੇ 'ਚ। ਜਿਵੇਂ ਸਰ ਨੇ ਦੱਸਿਆ, ਬਹੁਤ ਹੀ ਇੱਕ ਦੁਖਦ ਵੀ ਗੱਲ ਕਹਿ ਸਕਦੇ ਹਾਂ ਕਿ ਬਹੁਤ ਹੀ ਬੱਚੇ ਜਿਹੜੇ ਨੇ ਜਾਂ ਜ਼ਿਆਦਾ ਵੱਡੀ ਉਮਰ ਦੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਨੂੰ ਗਏ ਨੇ ਪਰ ਹਜੇ ਤੱਕ ਵਾਪਸ ਵੀ ਨਹੀਂ ਪਰਤੇ ਤੇ ਉੱਥੇ ਵੀ ਨਹੀਂ ਪਹੁੰਚੇ। ਇਹ ਗੱਲ 'ਚ ਕਾਫੀ ਹੱਦ ਤੱਕ ਸੱਚਾਈ ਹੈਗੀ ਹੈ ਔਰ ਇਹ ਪੰਜਾਬ ਦਾ ਦੁਖਾਂਤ ਵੀ ਹੈ ਕਿ ਆਪਾਂ ਸਹੀ ਤਰੀਕੇ ਨੂੰ ਨਾ ਫੜ ਕੇ ਕੋਈ ਨਾ ਕੋਈ ਟੇਢਾ ਮੇਢਾ ਰਸਤਾ ਫੜਦੇ ਹਾਂ ਜਾਂ ਛੇਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਜਲਦੀ ਪਹੁੰਚ ਜਾਈਏ। ਸਰ ਆਪਾਂ USA ਦੀ ਜਿੱਦਾਂ ਗੱਲ ਕਰ ਰਹੇ ਸੀ, ਇਸ ਲਈ ਕਿੰਨੇ ਪੁਰਾਣੇ ਫੰਡਾਂ ਦੀ ਲੋੜ ਹੁੰਦੀ ਹੈ ਔਰ ਕਿੰਨੇ ਕੁ ਫੰਡ ਲੱਗ ਜਾਂਦੇ ਆ? ਯਾਨੀ ਕਿ ਜੇ ਕੋਈ ਆਪਣੇ ਬੱਚੇ ਨੂੰ ਭੇਜਣਾ ਚਾਹੁੰਦਾ ਉਹਦੇ ਕੋਲ ਕਿੰਨੇ ਕੁ ਖਰਚਾ ਹੋਣਾ ਚਾਹੀਦਾ ਵੀ ਜੇ ਵੀਜ਼ੇ ਤੋਂ ਬਾਅਦ ਵੀ ਪੈਸੇ ਦੇਣੇ ਆ ਤਾਂ ਕਿੱਥੋਂ ਤੱਕ ਫੀਸ ਕਿੰਨੀ ਹੁੰਦੀ ਹੈ? ਕਿੰਨਾ ਫੀਸਿਸ ਜਿਹੜੀ ਹੈਗੀ ਹੈ ਯੂਨੀਵਰਸਿਟੀ ਦਾ ਹਰ ਇੱਕ ਦਾ ਆਪਣਾ ਆਪਣਾ ਕ੍ਰਾਈਟੇਰੀਆ। ਅਗਰ ਆਪਾਂ 1 ਈਅਰ ਫੀਸ ਦੀ ਗੱਲ ਕਰਦੇ ਹਾਂ ਸਰ, ਕੋਈ 7-8 ਲੱਖ 10 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ 1 ਈਅਰ ਫੀਸ। ਹਰ ਇੱਕ ਯੂਨੀਵਰਸਿਟੀ ਦਾ ਆਪਣਾ ਕ੍ਰਾਈਟੇਰੀਆ, ਅਲੱਗ-ਅਲੱਗ ਯੂਨੀਵਰਸਿਟੀ ਦੀ ਅਲੱਗ-ਅਲੱਗ ਫੀਸ ਸਟਰਕਚਰ ਆ। ਉਹੀ ਫੀਸ ਸਟਰਕਚਰ 30 ਲੱਖ ਤੱਕ ਵੀ ਜਾਂਦਾ ਹੈ। ਸੋ ਅਕੋਰਡਿੰਗਲੀ ਬੱਚਾ ਦੇਖਦਾ ਕਿ ਮੇਰਾ ਕਿੰਨਾ ਕੁ ਬਜਟ ਬਣਦਾ। ਇਸ ਤੋਂ ਇਲਾਵਾ ਜਿਹੜਾ 12 ਤੋਂ 13 ਲੱਖ ਰੁਪਏ ਜਿਹੜਾ 1 ਸਾਲ ਦਾ ਰਹਿਣ ਖਾਣ ਪੀਣ ਦਾ ਖਰਚਾ, ਜਿਹੜਾ ਟੋਟਲ ਕੁੱਲ ਮਿਲਾ ਕੇ 25 ਲੱਖ ਰੁਪਏ ਫੰਡ ਜਿਹੜਾ ਸ਼ੋਅ ਕਰਨਾ ਪੈਂਦਾ। ਔਰ ਰੀਸੈਂਟ ਫੰਡ ਵੀ ਐਕਸੈਪਟੇਬਲ ਹੈਗਾ ਇਹਦੇ 'ਚ। ਠੀਕ ਹੈ। ਇਹਦੇ 'ਚ ਜਿਵੇਂ ਆਪਾਂ ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੀ ਗੱਲ ਕਰਦੇ ਹਾਂ, ਬਹੁਤ ਹੀ ਪੁਰਾਣੇ ਫੰਡਾਂ ਦੀ ਲੋੜ ਹੈ, ਪਰ ਜੇ ਆਪਾਂ USA ਦੀ ਗੱਲ ਕਰਦੇ ਹਾਂ ਤਾਂ ਪੁਰਾਣੇ ਫੰਡਾਂ ਦੀ ਵੀ ਲੋੜ ਨਹੀਂ। ਸਹੀ ਤਰੀਕੇ ਦੇ ਨਾਲ ਜਿਹੜੇ ਸਟੂਡੈਂਟ USA ਜਾਣਾ ਚਾਹੁੰਦੇ ਨੇ, USA ਜਾ ਕੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਨੂੰ ਵੈਲਕਮ ਕਰ ਰਿਹਾ ਓਮ ਗਲੋਬਲ। ਤੁਸੀਂ ਇੱਥੇ ਆ ਕੇ ਆਪਣੀ ਫਾਈਲ ਜਿਹੜੀ ਹੈ ਪ੍ਰੋਸੈਸ ਕਰਾ ਸਕਦੇ ਹੋ, ਅਸੈਸਮੈਂਟ ਕਰਾ ਸਕਦੇ ਹੋ। ਓਮ ਗਲੋਬਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਫਿਸ ਨੇ, ਤੁਸੀਂ ਚੰਡੀਗੜ੍ਹ ਮਿਲ ਸਕਦੇ ਹੋ, ਜਲੰਧਰ ਮਿਲ ਸਕਦੇ ਹੋ, ਅੰਮ੍ਰਿਤਸਰ, ਬਠਿੰਡਾ ਜਾਂ ਭੇਵਾ ਹਰਿਆਣਾ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਆਫਿਸ ਆ ਕੇ ਆਪਣੀ ਫਾਈਲ ਹੈ ਜਿਹੜੀ ਪ੍ਰੋਸੈਸ ਕਰਾ ਸਕਦੇ ਹੋ। ਓਮ ਗਲੋਬਲ ਕਾਫੀ ਲੰਬੇ ਸਮੇਂ ਤੋਂ ਸਹੀ ਤਰੀਕੇ ਦੇ ਨਾਲ ਸਟੂਡੈਂਟ ਨੂੰ ਵਿਦੇਸ਼ ਭੇਜ ਰਿਹਾ, ਚਾਹੇ ਵੱਖ-ਵੱਖ ਕੰਟਰੀ UK ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ। ਪਰ ਜਿਹੜਾ ਅੱਜ ਦਾ ਸਾਡਾ ਸ਼ੋਅ ਹੈ ਖਾਸ ਕਰਕੇ USA ਨੂੰ ਲੈ ਕੇ ਹੈ। ਸਰ ਆਪਾਂ ਇੱਕ ਕਾਲ ਲੈ ਲੈਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਸੁਦੀਪ ਜੀ, ਦੱਸੋ ਜੀ। ਅਸੀਂ ਹੁਣੇ ਗੱਲ ਕਰ ਰਹੇ ਸੀ ਤੁਹਾਡੇ ਹਰਿਆਣੇ ਦੀ ਹੋਈ, ਕਿਉਂਕਿ ਭੇਵੇ ਦੇ ਵਿੱਚ ਵੀ ਓਮ ਗਲੋਬਲ ਦਾ ਆਫਿਸ ਹੈ। ਤੁਸੀਂ ਪਰ ਆਪਣਾ ਸਵਾਲ ਦੱਸੋ। ਮੈਂ 2022 ਬੀਟੈਕ ਕੀਤੀ ਸੀ। ਅੱਛਾ ਜੀ। ਪਰਸੈਂਟੇਜ ਕੀ ਹੈ ਜੀ ਤੁਹਾਡੀ? ਹਾਂਜੀ, ਪਰਸੈਂਟੇਜ ਕੀ ਹੈ ਸਰ? 65% ਜੀ। ਠੀਕ ਹੈ ਜੀ। ਤੇ ਮੈਂ ਜਿਹੜਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਿਆ ਤੇ ਹੁਣ ਮੈਂ USA ਦਾ ਪੁੱਛਣਾ ਸੀ। ਓਕੇ, ਆਸਟ੍ਰੇਲੀਆ ਤੋਂ ਰਿਫਿਊਜ਼ ਹੋਇਆ, ਦੈਟ ਮੀਨਸ 6 not less than 5.5। ਬਿਲਕੁਲ ਅਪਲਾਈ ਕਰ ਸਕਦੇ ਜੀ, ਕੋਈ ਦਿੱਕਤ ਨਹੀਂ। ਦੇਖੋ ਰਿਫਿਊਜ਼ਲ ਹੋਣਾ ਕੋਈ ਕ੍ਰਾਈਮ ਨਹੀਂ ਹੈ, ਇੱਕ ਪੈਰਾਮੀਟਰਸ ਹੈ, ਇੱਕ ਕ੍ਰਾਈਟੇਰੀਆ ਜਿਹੜਾ ਤੁਸੀਂ ਮੀਟ ਕਰਦੇ ਹੋ ਤੁਹਾਨੂੰ ਵੀਜ਼ਾ ਮਿਲਦਾ, ਅਗਰ ਨਹੀਂ ਕਰਦੇ ਵੀਜ਼ਾ ਨਹੀਂ ਮਿਲਦਾ। ਸੋ ਬ੍ਰਦਰ ਕੋਈ ਦਿੱਕਤ ਨਹੀਂ ਹੈ, ਤੁਸੀਂ ਸਾਡੀ ਹਰਿਆਣਾ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ, ਚੰਡੀਗੜ੍ਹ ਬ੍ਰਾਂਚ ਵੀ ਵਿਜ਼ਿਟ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਜੀ। ਨੰਬਰ ਫਲੈਸ਼ ਹੋ ਰਿਹਾ 9216192167
ਡਾਕੂਮੈਂਟਸ ਆਪਣੇ ਨਾਲ ਲੈ ਕੇ ਆਇਓ ਜੀ, 1-to-1 ਕਾਉਂਸਲਿੰਗ ਕਰਾਂਗੇ ਤਾਂ ਸਾਰੀ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਏਗੀ ਜੀ। ਤੇ ਸਰ ਆਪਾਂ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਨੇ USA ਦਾ, ਸਭ ਤੋਂ ਵੱਡੀ ਗੱਲ ਹੁੰਦੀ ਹੈ ਇੰਟਰਵਿਊ ਦੀ ਹੁੰਦੀ ਹੈ। ਬੱਚਾ ਡਰ ਜਾਂਦਾ ਵੀ ਮੇਰੀ ਇੰਟਰਵਿਊ ਆਊਗੀ ਐਮਬੈਸੀ ਦੇ ਵਿੱਚ, ਉੱਥੇ ਪੁੱਛਿਆ ਜਾਊਗਾ ਮੈਂ ਕਿੱਦਾਂ ਜਾਊਂਗਾ। ਕੌਨਫੀਡੈਂਸ ਲੈਵਲ ਹੀ ਸਾਡਾ ਇਸ ਤਰ੍ਹਾਂ ਨਾਲ ਸ਼ੁਰੂ ਤੋਂ ਨਹੀਂ ਬਣਿਆ ਹੁੰਦਾ, ਖਾਸ ਕਰਕੇ ਜਿਹੜੇ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ ਸਟੂਡੈਂਟ ਦਾ, ਵੀ ਉਹ ਐਮਬੈਸੀ ਉੱਥੇ ਜਾ ਕੇ ਇੰਟਰਵਿਊ ਦੇਣ। ਤੇ ਓਮ ਗਲੋਬਲ ਵੱਲੋਂ ਕੋਈ ਇਸ ਤਰ੍ਹਾਂ ਦੀ ਤਿਆਰੀ ਕਰਾਈ ਜਾਂਦੀ ਹੈ ਇੰਟਰਵਿਊ ਨੂੰ ਰਿਲੇਟਡ, ਜਾਂ ਹੋਰ ਸਟੂਡੈਂਟ ਨਾਲ ਕਿਸ ਤਰ੍ਹਾਂ ਦੇ ਨਾਲ ਰਾਬਤਾ ਰੱਖਿਆ ਜਾਂਦਾ? ਦੇਖੋ ਇੰਟਰਵਿਊ ਲੋਕਾਂ ਨੇ ਨਾ ਇਸ ਚੀਜ਼ ਨੂੰ ਕੋਈ ਹਵਾ ਬਣਾਇਆ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਸਿੰਪਲ ਜੀ ਚੀਜ਼ ਹੈ, ਤੁਹਾਡੇ ਰਿਲੇਟਡ ਹੀ ਪੁੱਛਿਆ ਜਾਏਗਾ ਔਰ 2 ਤੋਂ 3 ਮਿੰਟ ਮਿਲਦੇ ਨੇ। ਬਹੁਤ ਜ਼ਿਆਦਾ ਲੰਬੀ ਡਿਸਕਸ਼ਨ ਨਹੀਂ ਕਿ ਮੈਂ ਕਹਾਂ ਕਿ 2-2 ਘੰਟੇ ਤੁਹਾਡੇ ਨਾਲ ਡਿਸਕਸ਼ਨ ਹੋਏਗੀ, 2 ਤੋਂ 3 ਮਿੰਟ ਜਨਰਲੀ 1-2 ਸਵਾਲ ਆਏਗਾ। ਮੇਜਰ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਜੀ ਕੀ ਹੁੰਦਾ ਕਿ ਵਾਈ USA ਕਿਉਂ ਜਾਣਾ ਚਾਹੁੰਦੇ ਹੋ, ਤੁਹਾਡਾ ਕਾਰਨ ਕੀ ਹੈ ਜਾਣ ਦਾ, ਇਸ ਯੂਨੀਵਰਸਿਟੀ ਨੂੰ ਤੁਸੀਂ ਕਿਉਂ ਚੁਣਿਆ, ਇਸ ਕੋਰਸ 'ਚ ਕਿਉਂ ਜਾਣਾ ਚਾਹੁੰਦੇ ਹੋ, ਤੁਹਾਡੇ ਪਿੱਛੇ ਪੈਸਾ ਕੌਣ ਲਾ ਰਿਹਾ, ਕਿੰਨੇ ਤੁਹਾਡੇ ਕੋਲ ਫਾਈਨੈਂਸ਼ੀਅਲਸ ਹੈ, ਕਿ ਤੁਸੀਂ USA ਪੜ੍ਹਨ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਇੰਨੇ ਪੈਸੇ ਹੈਗੇ ਕਿ ਆਪਣਾ ਖਰਚਾ ਕਰ ਪਾਓਗੇ। ਇਹ ਜਨਰਲ ਸਵਾਲ ਹੈ ਜੀ। ਇਹਦੇ ਵਿੱਚੋਂ 1 ਜਾਂ 2 ਸਵਾਲ ਪੁੱਛਿਆ ਜਾਂਦਾ ਤੇ ਅਸੀਂ ਉਹਦੀ ਪ੍ਰੈਪਰੇਸ਼ਨ ਵੀ ਕਰਾਉਂਦੇ ਆ, ਇੱਕ ਪ੍ਰੋਪਰ ਵੇ ਦੇ ਨਾਲ ਦੱਸਿਆ ਜਾਂਦਾ ਬੱਚੇ ਨੂੰ। ਪ੍ਰੋਬਲਮ ਕਿੱਥੇ ਹੈ ਕਿ ਜਿੱਥੇ ਜੈਨੂਇਨ ਸਟੂਡੈਂਟ ਆ ਗਿਆ ਉਹਨੂੰ ਜੋ ਮਰਜ਼ੀ ਸਵਾਲ ਪੁੱਛੋ ਐਕਿਊਰੇਟ ਆਨਸਰ ਦੇਗਾ। ਹੁਣ ਪ੍ਰੋਬਲਮ ਇਦਾਂ ਆਉਂਦੀ ਹੈ ਕਿ ਐਗਜ਼ਾਮਪਲ ਕਿਸੇ ਨੇ ਕੀ ਕੀਤਾ ਕਿ ਡਾਕੂਮੈਂਟ ਮੈਨੂਪੂਲੇਸ਼ਨ ਕੀਤੀ ਹੈ। ਹੁਣ ਬੱਚਾ ਹੈਗਾ +2 ਪਾਸ ਆਊਟ, ਉਹਦੀ ਦਿਖਾਤੀ ਕਿਸੇ ਨੇ ਬੀਟੈਕ ਤੋਂ ਬਾਅਦ ਉਹਦੀ ਐਪਲੀਕੇਸ਼ਨ ਕੀਤੀ, ਵੀਜ਼ਾ ਆਫਿਸਰ ਨੇ ਪੁੱਛ ਲਿਆ ਕਿ ਬੀਟੈਕ 'ਚ ਤੂੰ ਪੜ੍ਹਿਆ ਕੀ ਸੀਗਾ। ਉੱਥੇ ਡਰ ਹੈ ਭਾਜੀ। ਬਿਲਕੁਲ, ਜਿਹੜੇ ਸਵਾਲ ਹੋਣਗੇ ਉਹ ਸਟੂਡੈਂਟ ਨਾਲ ਰਿਲੇਟਡ ਹੀ ਹੋਣਗੇ, ਤੁਸੀਂ ਕੀ ਸਟੱਡੀ ਕੀਤੀ ਹੈ, ਕੋਈ ਤੁਹਾਨੂੰ ਆਊਟ ਆਫ ਦੀ ਬਾਕਸ ਨਹੀਂ ਆਏਗਾ ਜੀ। ਨਾਸਾ ਦੀ ਲਾਈਕ ਪਾਲਿਸੀਜ਼ ਕੀ ਹੈਗੀਆਂ ਜਾਂ RBI ਦੀ ਗਾਈਡਲਾਈਨਸ ਕੀ ਹੈਗਾ ਜਾਂ ਡੈਲ ਦਾ ਰਿਕਰੂਟਮੈਂਟ ਪ੍ਰੋਸੈਸ ਕੀ ਹੈਗਾ, ਕੋਈ ਇਦਾਂ ਦਾ ਸਵਾਲ ਨਹੀਂਗਾ। ਬੱਚੇ ਦੇ ਆਪਣੇ ਰਿਲੇਟਡ ਹੀ 2 ਜਾਂ 3 ਸਵਾਲ ਪੁੱਛੇ ਜਾਂਦੇ ਆ। ਜਸਟ ਤੁਹਾਡਾ ਕੌਨਫੀਡੈਂਸ ਲੈਵਲ ਦੇਖਿਆ ਜਾਂਦਾ ਕਿ ਤੁਸੀਂ ਜੋ ਚੀਜ਼ ਬੋਲ ਰਹੇ ਹੋ ਇਹ ਸੱਚ ਹੈ ਜਾਂ ਝੂਠ ਹੈ। ਵੀਜ਼ਾ ਆਫਿਸਰ ਤੁਹਾਨੂੰ 1 ਤੋਂ 2 ਮਿੰਟ ਦੇ ਵਿੱਚ ਹੀ ਜੱਜ ਕਰ ਲੈਂਦਾ ਔਰ ਸੇਮ ਟਾਈਮ ਤੁਹਾਨੂੰ ਵੀਜ਼ਾ ਦੇ ਦਿੰਦਾ। ਇਹ ਚੀਜ਼ ਹੁੰਦੀ ਹੈ ਜੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਸਟੂਡੈਂਟ ਨੇ ਤੁਹਾਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ। ਮੰਨ ਲਓ ਜੇ ਤੁਸੀਂ ਹੋਰ ਕਿਸੇ ਕੰਟਰੀ ਦੇ ਵਿੱਚ ਵੀ ਜਾਂਦੇ ਹੋ, ਆਪਾਂ SOP ਦੀ ਗੱਲ ਕਰਦੇ ਹਾਂ ਤਾਂ ਉਹ ਸਾਰੀ ਸਟੂਡੈਂਟ ਦੇ ਨਾਲ ਰਿਲੇਟਡ ਹੁੰਦੀ ਹੈ। ਤੁਸੀਂ ਕਿੱਥੇ ਪੜ੍ਹੇ ਹੋ, ਕਿਵੇਂ ਪੜ੍ਹੇ ਹੋ, ਕੌਣ ਤੁਹਾਡੇ ਨਾਲ ਸੀ, ਇਹ ਸਾਰਾ ਤੁਹਾਡੇ ਨਾਲ ਰਿਲੇਟਡ ਹੀ ਜਿਹੜੇ ਸਵਾਲ ਪੁੱਛੇ ਜਾਂਦੇ ਆ। ਔਰ ਓਮ ਗਲੋਬਲ ਦੀ ਪੂਰੀ ਟੀਮ ਤੁਹਾਡੇ ਜਿਹੜੀ ਇੰਟਰਵਿਊ ਦੀ ਹੈ ਉਹ ਵੀ ਤਿਆਰੀ ਕਰਾਊਗੀ। ਔਰ ਜਿਨ੍ਹਾਂ ਦੇ 6 ਬੈਂਡ ਨੇ ਉਹਨਾਂ ਨੂੰ ਵੈਲਕਮ ਵੀ ਕਰ ਰਹੀ ਹੈ USA ਦੇ ਲਈ। ਜਿਹੜੇ ਵੀ ਸਟੂਡੈਂਟ USA ਜਾਣਾ ਚਾਹੁੰਦੇ ਨੇ, ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ, ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਗਲਤ ਰਸਤੇ ਅਪਣਾਉਣ ਦੀ ਲੋੜ ਨਹੀਂ। ਤੁਸੀਂ ਇੱਕ ਵਾਰੀ ਓਮ ਗਲੋਬਲ ਦੇ ਦਫ਼ਤਰਾਂ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ, ਇਹਨਾਂ ਨੂੰ ਮਿਲ ਸਕਦੇ ਹੋ, ਅਸੈਸਮੈਂਟ ਕਰਾ ਸਕਦੇ ਹੋ। ਜੇ ਨਹੀਂ ਵੀ ਆ ਸਕਦੇ ਤਾਂ ਤੁਸੀਂ ਇਹਨਾਂ ਨੂੰ WhatsApp ਦੇ ਉੱਤੇ ਆਪਣੇ ਡਾਕੂਮੈਂਟ ਪਾ ਦਿਓ, ਉਸ ਤੋਂ ਬਾਅਦ ਇਹ ਤੁਹਾਨੂੰ ਕਾਲ ਕਰਕੇ ਪੂਰੀ ਜਾਣਕਾਰੀ ਤੁਸੀਂ ਕਾਲ 'ਤੇ ਹੀ ਲੈ ਸਕਦੇ ਹੋ। ਤਾਂ ਕੀ ਵੀਜ਼ਾ ਵੀ ਅਪਲਾਈ ਜੇ ਉਹਨਾਂ ਨੇ ਅਪਲਾਈ ਕਰਨਾ ਹੈ, ਮੰਨ ਲਓ ਕੋਈ ਦੂਰ ਬੈਠਾ ਨਹੀਂ ਆ ਸਕਦਾ, ਅਪਲਾਈ ਕਰ ਸਕਦਾ? ਦੇਖੋ ਉਹ ਡਾਕੂਮੈਂਟੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਸਕੈਨ ਡਾਕੂਮੈਂਟਸ ਅਗਰ ਸਾਨੂੰ ਭੇਜ ਦਿਓ ਤਾਂ ਆਨਲਾਈਨ ਐਪਲੀਕੇਸ਼ਨ ਵੀ ਤੁਸੀਂ ਸਟਾਰਟ ਕਰਾ ਸਕਦੇ ਹੋ। ਜਦੋਂ ਗੱਲ ਕਰਦੇ ਹਾਂ ਆਪਾਂ ਇੰਟਰਵਿਊ ਪ੍ਰੈਪਰੇਸ਼ਨ ਦੀ, ਉਸ ਟਾਈਮ ਦੇ ਉੱਤੇ ਬੱਚੇ ਨੂੰ ਆਫਿਸ ਆਉਣਾ ਪਏਗਾ। ਅਦਰਵਾਈਜ਼ ਡਾਕੂਮੈਂਟੇਸ਼ਨ ਤੁਸੀਂ ਭੇਜ ਕੇ ਆਨਲਾਈਨ ਐਪਲੀਕੇਸ਼ਨ ਵੀ ਸਟਾਰਟ ਕਰਾ ਸਕਦੇ ਹੋ। ਹਾਂਜੀ ਸਰ, ਸਾਡੇ ਕੋਲ ਸਮਾਂ ਵੀ ਘੱਟ ਰਹਿ ਗਿਆ, ਅਸੀਂ ਇੱਕ ਕਾਲ ਲੈ ਲੈਂਦੇ ਹਾਂ। ਹੈਲੋ ਹਾਂ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਹਰਦੀਪ ਸਿੰਘ ਗੱਲ ਕਰ ਰਿਹਾ ਜੀ, ਰੂਪਨਗਰ ਤੋਂ ਜੀ। ਹਾਂਜੀ ਹਰਦੀਪ ਜੀ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਗਵਰਨਮੈਂਟ ਟੀਚਰ ਹਾਂ ਜੀ ਰੂਪਨਗਰ 'ਚ। ਅੱਛਾ ਜੀ। ਤੇ ਮੇਰੇ ਲਈ ਕੋਈ ਜੇ ਇੱਥੋਂ ਨੌਕਰੀ ਛੱਡ ਕੇ ਜੇ ਮੈਂ ਬਾਹਰ ਕੈਨੇਡਾ ਜਾਂ ਵਧੀਆ ਦੇਸ਼ ਕੋ ਆਸਟ੍ਰੇਲੀਆ ਵਗੈਰਾ ਜਾਣਾ ਹੋਏ ਤਾਂ ਠੀਕ ਹੈ ਜੀ। ਕੀ ਕੁਆਲੀਫਿਕੇਸ਼ਨ ਹੈ ਜੀ ਤੁਹਾਡੀ? ਗ੍ਰੈਜੂਏਸ਼ਨ ਹੈ ਜੀ, ਦੇ ਨਾਲ ਆਪਣਾ EDT ਦਾ ਕੋਰਸ ਕੀਤਾ ਜੀ। ਗ੍ਰੈਜੂਏਸ਼ਨ ਕਿਹੜੇ ਈਅਰ ਦੇ ਵਿੱਚ ਕਰੀ ਹੈ ਜੀ? EDT ਮੇਰੀ 9-11 ਬੈਚ ਹੈ ਜੀ। 9-11 ਬੈਚ ਜੀ। ਦੇਖੋ ਜੀ ਸਰ, ਸਟੂਡੈਂਟ ਮੇਰੀ ਜੁਆਇਨਿੰਗ ਹੈ ਜੀ ਨੌਕਰੀ ਦੇ ਵਿੱਚ। ਸਟੂਡੈਂਟ ਵੀਜ਼ਾ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ ਜੀ। ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿਸੇ ਵੀ ਕੰਟਰੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ। ਅਗਰ ਤੁਸੀਂ USA ਜਾਣਾ ਚਾਹੁੰਦੇ ਹੋ ਜੀ, ਉਹ ਇੰਟਰਵਿਊ ਬੇਸਡ ਰਹੇਗਾ। ਰੈਸਟ ਕਿਸੇ ਵੀ ਕੰਟਰੀ 'ਚ ਕਰਦੇ ਹੋ ਜੀ, ਫਾਈਲ ਬੇਸਡ ਐਪਲੀਕੇਸ਼ਨ ਰਹੇਗੀ। ਤੁਸੀਂ ਰੂਪਨਗਰ ਤੋਂ ਗੱਲ ਕਰ ਰਹੇ ਹੋ, ਚੰਡੀਗੜ੍ਹ ਆਫਿਸ ਦੇ ਵਿੱਚ ਮਿਲ ਸਕਦੇ ਹੋ ਜੀ। 9261 92167 ਤੇ ਕਾਲ ਕਰਕੇ ਅਪਾਇੰਟਮੈਂਟ ਲੈ ਸਕਦੇ ਹੋ ਜੀ। ਮੰਡੇ ਚੰਡੀਗੜ੍ਹ ਆ ਜਾਓ, ਆਪਾਂ ਚੰਡੀਗੜ੍ਹ ਮਿਲ ਲਾਂਗੇ ਜੀ। ਓਕੇ, ਧੰਨਵਾਦ। ਤੇ ਜਿਹੜੇ ਸਟੂਡੈਂਟ ਵੀਜ਼ੇ ਤੋਂ ਬਿਨਾਂ ਵੀ ਜਾਣਾ ਚਾਹੁੰਦੇ ਨੇ ਜਾਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ, ਉਹਨਾਂ ਦੀ ਫਾਈਲ ਵੀ ਪ੍ਰੋਸੈਸ ਕਰਦਾ ਓਮ ਗਲੋਬਲ? ਬਿਲਕੁਲ ਜੀ, ਬਿਲਕੁਲ। ਤੇ USA ਲਈ ਕੀ ਐਲੀਜੀਬਿਲਟੀ ਰਹਿੰਦੀ ਹੈ ਟੂਰਿਸਟ ਦੀ? ਕਿਸੇ ਨੇ ਅਪਲਾਈ ਕਰਨਾ ਬਾਹਲੇ ਜਿਵੇਂ ਆਪਾਂ ਦੇਖਦੇ ਹਾਂ ਜਾਂ ਵੱਡੀ ਉਮਰ ਦੇ ਹੋ ਗਏ ਉਹ ਤਾਂ ਟੂਰਿਸਟ ਤੇ ਵੀ ਜਾ ਸਕਦੇ? ਦੇਖੋ ਖਾਸ ਇਹਦੇ ਵਿੱਚ ਕੋਈ ਇਦਾਂ ਦੇ ਪੈਰਾਮੀਟਰਸ ਨਹੀਂ ਹੈਗੇ। ਦੇਖੋ 2 ਤਰੀਕੇ ਦਾ ਰੀਜ਼ਨ ਹੁੰਦੇ। ਪਹਿਲੀ ਚੀਜ਼, ਜਾਂ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਮਿਲਣ ਜਾਣਾ ਚਾਹੁੰਦੇ ਹੋ। ਜਿਹੜਾ ਬੰਦਾ ਘੁੰਮਣ ਜਾਣਾ ਚਾਹੁੰਦਾ ਜੀ, ਹੋਟਲ ਬੁਕਿੰਗ ਤੇ ਐਪਲੀਕੇਸ਼ਨ ਕਰਦਾ। ਅਗਰ ਕੋਈ ਪਰਿਵਾਰਕ ਮੈਂਬਰ ਨੂੰ ਮਿਲਣਾ ਚਾਹੁੰਦਾ ਤੇ ਉੱਥੋਂ ਦਾ ਵਸਨੀਕ ਉਹਨਾਂ ਨੂੰ ਇਨਵੀਟੇਸ਼ਨ ਲੈਟਰ ਭੇਜਦਾ। ਇਨਵੀਟੇਸ਼ਨ ਲੈਟਰ ਜਦੋਂ ਆ ਜਾਂਦਾ, ਉਹਦੇ ਬਿਹਾਫ ਤੇ ਪ੍ਰੋਸੈਸ ਸੇਮ ਰਹੇਗਾ
2 ਤੋਂ 3 ਮਿੰਟ ਦੀ ਇੰਟਰਵਿਊ ਆਏਗੀ। ਬਟ ਇਹਦੇ 'ਚ ਕੀ ਚੀਜ਼ ਹੋਏਗੀ ਕਿ ਟੂਰਿਸਟ ਵੀਜ਼ਾ ਦੇ ਵਿੱਚ ਤੁਸੀਂ ਪੰਜਾਬੀ 'ਚ ਵੀ ਇੰਟਰਵਿਊ ਦੇ ਸਕਦੇ ਹੋ। 2 ਤੋਂ 3 ਮਿੰਟ ਦੀ ਇੰਟਰਵਿਊ ਕੰਡਕਟ ਕਰਕੇ ਤੁਸੀਂ 10 ਸਾਲ ਦਾ ਮਲਟੀਪਲ ਵੀਜ਼ਾ ਹਾਸਲ ਕਰ ਸਕਦੇ ਹੋ ਜੀ। ਤੇ ਦੋਸਤੋ ਇਸ ਦੇ ਨਾਲ ਹੀ ਜਿਹੜਾ ਸਮਾਂ ਬਹੁਤੀ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਲਗਾਤਾਰ ਫੋਨ ਕਾਲਸ ਵੀ ਆ ਰਹੀਆਂ। ਤੁਸੀਂ ਸ਼ੋਅ ਤੋਂ ਬਾਅਦ ਵੀ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਓਮ ਗਲੋਬਲ ਦੀ ਪੂਰੀ ਟੀਮ ਹੈ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਪੂਰੀ ਤਿਆਰ ਹੈ। ਔਰ ਤੁਸੀਂ ਓਮ ਗਲੋਬਲ ਦੇ ਆਫਿਸ ਆ ਕੇ ਆਪਣੀ ਫਾਈਲ ਪ੍ਰੋਸੈਸ ਕਰਾ ਸਕਦੇ ਹੋ, ਅਸੈਸਮੈਂਟ ਕਰਾ ਸਕਦੇ ਹੋ ਔਰ ਸਹੀ ਤਰੀਕੇ ਦੇ ਨਾਲ ਹੈ ਜਿਹੜਾ USA ਪਹੁੰਚ ਸਕਦੇ ਹੋ। ਸਟੂਡੈਂਟ ਵੀਜ਼ਾ ਲੈ ਸਕਦੇ ਹੋ, ਫੀਸ ਵੀ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਵੱਖ-ਵੱਖ ਆਪਸ਼ਨਸ ਜਿਹੜੀਆਂ ਨੇ ਓਮ ਗਲੋਬਲ ਵੱਲੋਂ ਤੁਹਾਨੂੰ ਦਿੱਤੀਆਂ ਜਾਣਗੀਆਂ। ਕਿਹੜੇ ਕਾਲਜ ਜਾਣਾ ਚਾਹੁੰਦੇ ਹੋ, ਕਿੱਥੇ ਜਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਓਮ ਗਲੋਬਲ ਦੇ ਕੋਲ। ਤੇ ਅੱਜ ਦਾ ਜਿਹੜਾ ਸਾਡਾ ਸ਼ੋਅ ਹੈ ਬਹੁਤਾ ਸਾਨੂੰ ਹੁਣ ਸਮਾਂ ਨਹੀਂ ਦੇ ਰਿਹਾ ਤੇ ਅਸੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਇੰਨੀ ਸੋਹਣੀ ਇਨਫੋਰਮੇਸ਼ਨ ਜਿਹੜੀ ਹੈ ਸਟੂਡੈਂਟ ਨੂੰ ਦਿੱਤੀ, ਕਿਉਂਕਿ ਤੁਸੀਂ ਠੱਗੀ ਤੋਂ ਬਚ ਸਕਦੇ ਹੋ। ਗਲਤ ਤਰੀਕੇ ਦੇ ਨਾਲ USA ਜਿਹੜੇ ਜਾ ਰਹੇ ਨੇ ਉਹਨਾਂ ਤਰੀਕਿਆਂ ਤੋਂ ਬਚ ਸਕਦੇ ਨੇ, ਸਹੀ ਤਰੀਕੇ ਦੇ ਨਾਲ ਜਾ ਸਕਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਵੀ ਦਿਓ ਇਜਾਜ਼ਤ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।